वाहेगुरु जी का खालसा वाहेगुरु जी की फतेह। दीन दुनिया दे मालक प्रेम दे मुजश्मे धन धन साहिब श्री गुरु ग्रंथ साहिब जियां दी निगी गोद विच बड़े ही सत्कार सहित आप जी जुड़ बैठे हो। इस वक्त आप लंघ चुके साल के आखिरी पड़ाव ते हाँ। कुछ घंटिया बाद कैलेंडर दियां तरीकां बदल जाणगियां पर आपा नहीं बदलना। गुरु कृपा करे किते ये सत्संग का बदलाव चढ़े साल विच भी रंग चाढ़ के रखे। नेता प्रति आप जी सतगुरां दी पावन कथा नूं सुणन वास्ते बड़ी दूरों दूरों चल के आउंदे हो। इहो कथा है जिन्हों सुन करके अंदर सुकून उपजदा है। चल रहे पावन प्रवाहां विचों आप जी ने सरवण कीता सी। चिरंजीवी महापुरख काग पसंद अपनी जीवन कथा भाई बाला मरदाना ते गुरु नानक पातशाह नूं सुना रहे कि वे टेढ़ियां जूना तो बाद 84 लाख दियां जूना भुगत के मैनू मनुखा शरीर मिलिया, ब्राह्मण दे रूप विच आया। भावे कि उन्हां जूना विच सोझी होण करके मैं जिंदगी विच बड़ा कुछ खोया ते बड़ा कुछ समझिया। एक दिन लोमस रिखी निर्गुण की कथा करते ने, मैं भी सुन गया। सुन के मैं उंगल चुक दी। मैं सरगुण का उपासक हाँ, निर्गुण हो नहीं सकता। उस तपस्वी ने मैनू बार बार समझाउण दी जिद की। आखिया ओ भलिया, जे तेरी अख नहीं वेखदी तेरा कसूर है तो सब कुछ ही है। पर मैं बार बार उन्हां महापुरखां की गल कट कट के अपनी बोलता रहा। सुभाविक कह दिता क्यों पंछियां वांगू बोलदा है, क्यों कां वांगू कां लाई है। शराफ दे बचन लोमस ऋषि ने मैनू कह दिते। सुन के मैं कंब गया, डर गया। अपनी ये कथा काग पसुंड जी गुरु नानक साहब जी के समक्ष रख रहे हैं। आप जी ने सुन के आनंद माणिया। आओ कुछ समा मन चित बिरतियां नूं एकाग्र चित बनाइए। प्रेम दी सांझ पाओ, बख्शो आसीस, गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। चौपाई बायस देह तबे मम पई। हाथ बंद कै
ਉਸਤਤ ਕਈ। ਕਾਗ ਪਸੁੰਡ ਜੀ ਆਪਣੇ ਉਸ ਪੁਰਾਣੇ ਜੀਵਨ ਦਾ ਦੌਰ ਸੁਣਾ ਰਹੇ ਨੇ। ਜਦੋਂ ਕਹਿੰਦੇ ਮੈਂ ਬਾਰ-ਬਾਰ ਲੋਮਸ ਰਿਸ਼ੀ ਦੇ ਬਚਨਾਂ ਨੂੰ ਬੋਲਦਾ ਰਿਹਾ, ਉਹਨਾਂ ਉਨੀ ਵਾਰ ਹੀ ਯਤਨ ਕੀਤਾ ਮੈਨੂੰ ਸਮਝਾਉਣ ਦਾ, ਪਰ ਆਖਰਕਾਰ ਗੁੱਸੇ ਵਿੱਚ ਆ ਕੇ ਉਹਨਾਂ ਨੇ ਸ਼ਰਾਫ ਦੇ ਬੋਲ ਕਹਿ ਦਿੱਤੇ। ਕਹਿੰਦੇ ਕਿਉਂ ਪੰਛੀਆਂ ਵਾਂਗੂ ਕਾਂ ਵਾਂਗੂ ਕਾਂ ਕਰਦਾ, ਟੇਕੇ ਕਿਉਂ ਨਹੀਂ ਬਹਿੰਦਾ? ਜੇ ਤੈਨੂੰ ਸਮਝ ਨਹੀਂ ਤੂੰ ਬੋਲਦਾ ਕਿਉਂ ਹੈ? ਮਨੁੱਖ ਦੀ ਇੱਕ ਆਦਤ ਹੈ, ਕਿਸੇ ਗੱਲ ਨੂੰ ਇਹ ਪ੍ਰੋਪਰ ਸੁਣ ਨਹੀਂ ਸਕਦਾ, ਵਿੱਚ ਵਿਚਾਲੇ ਟੋਕਣਾ ਹੀ ਹੈ। ਭਾਵੇਂ ਕੁਝ ਆਉਂਦਾ ਹੈ, ਭਾਵੇਂ ਕੁਝ ਨਹੀਂ ਆਉਂਦਾ, ਪਰ ਗੱਲ ਕੱਟ ਕੇ ਆਪਣੀ ਸਿਆਣਪ ਜ਼ਾਹਰ ਕਰਨੀ। ਕਹਿੰਦੇ ਮੈਂ ਆ ਮੂਰਖਤਾ ਕਰ ਬੈਠਾ, ਮੈਨੂੰ ਨਹੀਂ ਸੀ ਪਤਾ, ਮੇਰੀ ਇਹ ਸਿਆਣਪ, ਮੇਰਾ ਇਹ ਚੁੰਚ ਗਿਆਨ ਮੈਨੂੰ ਕਿੱਥੇ ਸੁੱਟੇਗਾ। ਸਤ ਸਰਾਪ ਹੋਵੇ ਰਿਖ ਤੇਰਾ, ਮੁਝ ਕੋ ਲਖੋ ਆਪਨੋ ਚੇਰਾ। ਜਦੋਂ ਲੋਮਸ ਰਿਸ਼ੀ ਨੇ ਸ਼ਰਾਫ ਦੇ ਦਿੱਤਾ, ਕਹਿੰਦੇ ਕਾਂ ਬਣੇਗਾ ਤੂੰ, ਪਤਾ ਮੈਨੂੰ ਵੀ ਸੀ ਸਾਧੂ ਦਾ ਬਚਨ ਅਟਲ ਹੁੰਦਾ ਹੈ, ਟਾਲਿਆਂ ਟਲਣਾ ਹੀ ਨਹੀਂ। ਮੈਂ ਬੜੀ ਭਾਵਨਾ ਦੇ ਨਾਲ ਦੋਨੇ ਹੱਥ ਜੋੜ ਬੇਨਤੀ ਕੀਤੀ, ਮਹਾਂਪੁਰਖੋ ਤੁਹਾਡਾ ਬਚਨ ਸੱਤ ਹੋਵੇ, ਸੱਤ ਹੋਵੇ, ਸੱਤ ਹੋਵੇ, ਟਲੇ ਨਾ। ਬਹੁਤ ਵੱਡੀ ਗੱਲ, ਜੇ ਇਹ ਨਾ ਵੀ ਆਖੂਗਾ ਫੇਰ ਕਿਹੜਾ ਟਲ ਜਾਣਾ ਹੈ। ਜੋ ਹੋਣਾ ਹੈ ਉਹਨੇ ਹੋ ਕੇ ਹੀ ਰਹਿਣਾ ਹੈ। ਦਿਲ ਦੀਆਂ ਤਸੱਲੀਆਂ ਤੇ ਮਨ ਦੇ ਦਲਾਸਿਆਂ ਦੇ ਨਾਲ ਕੁਝ ਨਹੀਂ ਹੋਣ ਲੱਗਾ। ਮੈਂ ਕਿਹਾ ਮਹਾਂਪੁਰਖੋ ਤੁਸੀਂ ਸ਼ਰਾਫ ਦਿੱਤਾ, ਇਹ ਮੈਂ ਕਾਬਲ ਸੀ ਇਹਦੇ, ਮੈਂ ਬਾਰ-ਬਾਰ ਤੁਹਾਡਾ ਨਿਰਾਦਰ ਕੀਤਾ। ਤੁਸੀਂ ਜੋ ਬਚਨ ਆਖੇ ਨੇ ਸਦੀਵੀ ਸੱਚ ਹੋਣਗੇ। ਕਿਰਪਾ ਦ੍ਰਿਸ਼ਟ ਅਬ ਮੋ ਪਰ ਕੀਜੈ, ਅਸ ਪ੍ਰਕਾਰ ਕੋ ਬਰ ਇੱਕ ਦੀਜੈ। ਤੁਸੀਂ ਬਚਨ ਕਿਹਾ ਮੈਂ ਕਾਂ ਬਣਨਾ, ਜ਼ਰੂਰ ਬਣਾਂਗਾ। ਪਹਿਲਾਂ ਵੀ ਜੂਨਾ ਭੁਗਤੀਆਂ ਨੇ, ਇੱਕ ਹੋਰ ਸਹੀ। ਮੈਨੂੰ ਕੋਈ ਗਮ ਨਹੀਂ ਹੈ, ਕੋਈ ਪਛਤਾਵਾ ਨਹੀਂ, ਕਿਉਂਕਿ ਜੋ ਹੋ ਹੀ ਚੁੱਕਾ ਏ, ਕਹਿ ਹੀ ਦਿੱਤਾ ਏ, ਟਲਣਾ ਨਹੀਂ ਹੈ। ਪਰ ਇੱਕ ਤਰਸ ਕਰੋ ਆਪਣਾ ਸੇਵਕ ਜਾਣ ਕੇ। ਮੈਂ ਤੁਹਾਡੇ ਸੇਵਕਾਂ ਦੀ ਕਤਾਰ ਵਿੱਚ ਬੈਠਾ ਸੀ, ਮੂਰਖਤਾ ਹੈ ਮੇਰੀ, ਮੈਂ ਤੁਹਾਡੇ ਬਚਨ ਨੂੰ ਇੱਕ ਵਾਰ ਨਹੀਂ ਕਈ ਵਾਰ ਟੋਕਿਆ। ਜੇ ਤੁਸੀਂ ਤਰਸ ਕਰਨਾ ਚਾਹੋ ਤੇ ਕਰ ਸਕਦੇ ਹੋ, ਬਾਕੀ ਤੁਹਾਡੀ ਮੌਜ ਹੈ। ਰਹਿ ਗਿਆਨ ਮੇਰੇ ਔਰ ਮਾਹੀ, ਬਾਇਸ ਬਪ ਹਰ ਧਰ ਬਿਸਰਿਓ ਨਾਹੀ। ਮੈਂ ਕਾਂ ਦਾ ਰੂਪ ਧਾਰਨ ਕਰਾਂ ਮੈਨੂੰ ਕੋਈ ਗਮ ਨਹੀਂ, ਪਰ ਇੱਕ ਕਿਰਪਾ ਕਰਿਓ ਉਸ ਜੂਨ ਵਿੱਚ ਵੀ ਮੈਨੂੰ ਆਪਣੇ ਆਪ ਦੀ ਸੋਝੀ ਰਹੇ, ਆਪਣੇ ਆਪ ਦਾ ਪਤਾ ਲੱਗੇ ਮੈਂ ਕੌਣ ਹਾਂ। ਉਸ ਰੂਪ ਵਿੱਚ ਜਿਸ ਵੇਲੇ ਇਹ ਬਚਨ ਆਖੇ, ਲੋਮਸ ਰਿਸ਼ੀ ਤਰਸ ਦੇ ਘਰ ਵਿੱਚ ਆ ਗਏ। ਕਹਿੰਦੇ ਮੰਗ। ਮੈਂ ਕਿਹਾ ਜੀ ਇੱਕ ਕਿਰਪਾ ਕਰ ਦਿਓ, ਮੈਨੂੰ ਇਸ ਜੂਨ ਵਿੱਚ ਕਾਂ ਦੇ ਜਨਮ ਵਿੱਚ ਆਪਣੇ ਆਪ ਦੀ ਸੋਝੀ ਰਵੇ। ਕਦੇ ਸ਼ਿਵ ਨੇ ਸ਼ਰਾਫ ਦਿੱਤਾ ਸੀ, ਕਹਿ ਦਿੱਤਾ ਸੀ ਤੈਨੂੰ ਜਨਮ ਜਨਮ ਸੋਝੀ ਰਹੇਗੀ, ਹਰ ਜਨਮ 'ਚ ਰੱਬ ਨੂੰ ਮਿਲਣ ਦੀ ਆਸ ਰੱਖੀ। ਜੇ ਫਕੀਰੋ ਤੁਰਠਿਓ ਕਿਰਪਾ ਕਰ ਦਿਓ, ਆਪਣਾ ਸੇਵਕ ਚੇਲਾ ਜਾਣ ਦਿਓ, ਮੈਨੂੰ ਆਪਣੇ ਆਪ ਦੀ ਸਮਝ ਦੇ ਦਿਓ, ਤਾਂ ਜੋ ਮੈਂ ਕਾਂ ਦੀ ਜੂਨ ਵਿੱਚ ਬੈਠ ਕੇ ਵੀ ਨਾ ਰੱਬ ਦੀ ਬੰਦਗੀ ਨਾ ਛੱਡਾਂ। ਮੈਂ ਉਸ ਪਰਮਾਤਮਾ ਨੂੰ, ਸ੍ਰਿਸ਼ਟੀ ਦੇ ਮਾਲਕ ਨੂੰ ਹਰ ਵੇਲੇ ਚੇਤੇ ਕਰਾਂ। ਸੁਣ ਲੋਮਿਸ ਲਿਖ ਭਇਓ ਕਿਰਪਾਲਾ, ਮੁਖ ਤੇ ਬੋਲਿਓ ਬਚਨ ਰਸਾਲਾ। ਸੁਣ ਕੇ ਲੋਮਸ ਰਿਸ਼ੀ ਬੜੇ ਖੁਸ਼ ਹੋਏ, ਪ੍ਰਸੰਨ ਚੇਤੇ ਹੋਏ। ਉਹ ਸਾਧੂ ਕਾਹਦਾ ਜੀ, ਜਿਹੜਾ ਵੈਰ ਚਿਤਾਰੇ। ਸਾਧੂ ਦਾ ਵੈਰ ਨਹੀਂ ਕਿਸੇ ਨਾਲ ਹੁੰਦਾ, ਸੁਭਾਵਿਕ ਹੀ ਜੋ ਕਹਿ ਦਿੱਤਾ ਉਹ ਪੂਰਾ ਹੋ ਜਾਂਦਾ, ਭਾਵੇਂ ਚੰਗਾ ਕਹਿ ਦੇ ਮਾੜਾ ਕਹਿ ਦੇ। ਜੇ ਵੈਰ ਹੁੰਦਾ ਤੇ ਫਿਰ ਖੁਸ਼ ਕਿਉਂ ਹੁੰਦੇ? ਕਹਿੰਦੇ ਚੰਗਾ
ਬੇਸ਼ੱਕ ਤੈਨੂੰ ਇਹ ਸ਼ਰਾਪ ਮਿਲਿਆ ਭੋਗਣਾ ਪੈਣਾ, ਪਰ ਤੂੰ ਅੱਜ ਪਿਆਰ ਵਿੱਚ ਮੰਗਿਆ ਤੇ ਤੈਨੂੰ ਦਿੱਤਾ। ਇਸ ਕਾਂ ਦੀ ਜੂਨ ਵਿੱਚ ਬੈਠ ਕੇ ਵੀ ਤੈਨੂੰ ਬੰਦਿਆਂ ਵਾਂਗ ਸੋਝੀ ਰਹੇਗੀ। ਆਖੋ ਸਤਿਨਾਮ। ਆ ਮਨੁੱਖਾ ਸਰੀਰ ਹੈ, ਸਾਨੂੰ ਸੋਝੀ ਰੱਬ ਨੇ ਦਿੱਤੀ ਹੈ, ਪਰ ਮਾਫ ਕਰਿਓ ਅਫਸੋਸ ਹੈ ਬੰਦੇ ਬਣ ਕੇ ਵੀ ਬੰਦੇ ਨਹੀਂ ਬਣੇ। ਮਨੁੱਖ ਬਣ ਕੇ ਵੀ ਸਾਨੂੰ ਦੂਜਾ ਬੰਦਾ ਸਮਝਾਉਂਦਾ ਏਦਾਂ ਨਹੀਂ ਏਦਾਂ ਕਰਿਆ। ਉਹ ਕਿਹੋ ਜਿਹਾ ਦੌਰ ਹੋਏਗਾ ਜਦੋਂ ਬੰਦੇ ਨੂੰ ਸਮਝਾਉਣ ਵਾਸਤੇ ਇਹ ਕਹਿਣਾ ਪਵੇ ਵੀ ਕੁੱਤਾ ਵਫਾਦਾਰ ਹੁੰਦਾ ਤੇ ਸਮਝਿਆ। ਸਮਝਾਉਣਾ ਪਈ ਵੀ ਪੰਛੀ ਮੋਹ ਨਹੀਂ ਕਰਦੇ। ਫਿਰ ਤੇ ਕਈ ਵਾਰ ਬੰਦਾ ਹੋਣ ਤੇ ਵੀ ਅਫਸੋਸ ਹੁੰਦਾ ਹੈ ਵੀ ਬੰਦਿਆ, ਜੇ ਤੈਨੂੰ ਸਮਝਾਉਣ ਵਾਸਤੇ ਕਾਵਾਂ, ਕੁੱਤਿਆਂ, ਗਧਿਆਂ, ਜੀਵਾਂ ਦੇ ਪ੍ਰਮਾਣ ਦੇਣੇ ਪੈਣਗੇ, ਫਿਰ ਤੂੰ ਬੰਦਾ ਨਹੀਂ ਹੈ। ਬੰਦਾ ਤੇ ਉਹ ਹੈ ਜਿਹਨੂੰ ਵੇਖ ਕੇ ਜੀਵ ਵੀ ਤੁਰਦੇ ਆ, ਚੱਲਦੇ ਆ। ਬੰਦਾ ਬੋਲਦਾ ਵੇਖ ਕੇ ਤੋਤੇ ਬੋਲਦੇ ਆ। ਪਰ ਅੱਜ ਮਾਫ ਕਰਿਓ, ਅਜੋਕੇ ਸਮੇਂ ਦਾ ਬੰਦਾ ਪਸ਼ੂਆਂ ਵਿੱਚ ਰੁੱਝ ਕੇ ਪਸ਼ੂ ਬਣਿਆ ਫਿਰਦਾ ਹੈ। ਜੀਵਾਂ ਦੇ ਵਿੱਚ ਇੰਨਾ ਰੁੱਝਿਆ, ਪਰਿਵਾਰ ਦਾ ਫਿਕਰ ਕੋਈ ਨਹੀਂ, ਪਸ਼ੂ ਪਕਸ਼ੀਆਂ ਦਾ ਹੀ ਪ੍ਰੇਮੀ ਬਣਿਆ। ਬਣਨਾ ਚਾਹੀਦਾ, ਪਰ ਇੰਨਾ ਵੀ ਨਹੀਂ ਵੀ ਆਪਣੀ ਇਨਸਾਨੀਅਤ ਤੇ ਆਪਣਾ ਗਿਆਨ ਭੁੱਲ ਜਾਏ। ਸਤਿਗੁਰਾਂ ਦੇ ਸਨਮੁਖ ਕਹਿੰਦਾ ਜੀ ਉਹ ਸਾਧੂ ਆਖਣ ਲੱਗੇ, ਤੂੰ ਕਾਂ ਦੀ ਜੂਨ ਵਿੱਚ ਤੇ ਜਾਏਗਾ, ਪਰ ਤੈਨੂੰ ਰੱਬ ਜ਼ਰੂਰ ਮਿਲੇਗਾ, ਕਿਉਂਕਿ ਇਸ ਟੇਢੀ ਜੂਨ ਵਿੱਚ ਵੀ ਤੂੰ ਰੱਬ ਨੂੰ ਮਿਲਣ ਦੀ ਆਸ ਰੱਖੀ ਹੈ। ਹੋਵਹਿ ਸਦਾ ਦੇ ਤਬ ਗਿਆਨਾ, ਆਤਮ ਰੂਪ ਲਖੈ ਸੁਖ ਥਾਨਾ। ਸਾਧੂ ਨੇ ਵਰ ਵੀ ਦੇ ਦਿੱਤਾ, ਕਹਿੰਦੇ ਤੈਨੂੰ ਅੰਦਰ ਦਾ ਗਿਆਨ ਹੋਏਗਾ, ਅੰਦਰ ਦੀ ਸੋਝੀ ਹੋਏਗੀ, ਸਮਝ ਹੋਏਗੀ। ਹਰ ਵੇਲੇ ਤੈਨੂੰ ਰੱਬ ਰੱਬ ਕਰਤਾਰ ਚਿੱਤੇ ਆਵੇ। ਆਖੋ ਸਤਿਨਾਮ। ਫਿਰ ਤੇ ਉਹ ਜੂਨ ਵੀ ਚੰਗੀ ਹੈ ਜਿਹਦੇ ਵਿੱਚ ਰੱਬ ਯਾਦ ਆਵੇ। ਬੰਦਿਆ, ਇੱਥੇ ਤੇ ਸਵੇਰੇ ਉੱਠ ਕੇ ਨਾ ਚਿੜੀ ਚੌਕੀ ਬਹੁ ਫੁੱਟੀ ਵਗਣ ਬਹੁਤ ਤਰੰਗ, ਪੰਛੀ ਵੀ ਨਾਮ ਜਪਦੇ ਆ। ਤੈਨੂੰ ਕਹਿਣਾ ਪੈਂਦਾ ਪਾਠ ਕਰ ਲੈ, ਨਾਮ ਜਪ ਲੈ, ਉਹ ਜਿਹਦਾ ਦਿੱਤਾ ਖਾਨਾ ਹੈ ਉਹਨੂੰ ਚੇਤੇ ਕਰ ਲਿਆ ਕਰ। ਪਸ਼ੂਆਂ ਨੂੰ ਨਹੀਂ ਕਹਿਣਾ ਪੈਂਦਾ, ਉਹ ਆਪਣੇ ਮਾਲਕ ਲਈ ਵਫਾਦਾਰ ਨੇ, ਪਰ ਮਨੁੱਖ ਨਹੀਂ। ਗੁਰੂ ਬਾਬਾ ਜੀ ਦੇ ਸਨਮੁਖੇ ਆਖਣ ਲੱਗੇ, ਸਾਹਿਬ ਜੀਓ, ਜਿਸ ਵੇਲੇ ਲੋਮਸ ਰਿਸ਼ੀ ਪ੍ਰਸੰਨ ਹੋ ਕੇ ਆਖਣ ਲੱਗੇ, ਕਹਿੰਦੇ ਤੈਨੂੰ ਰੱਬ ਮਿਲੇਗਾ, ਅਵਸ਼ ਮਿਲੇਗਾ। ਕਹਿੰਦੇ ਇਹ ਤੋਂ ਵੱਡੀ ਮੈਨੂੰ ਖੁਸ਼ੀ ਕੀ ਹੋ ਸਕਦੀ ਹੈ। ਕਿਸੇ ਨੂੰ ਮਨੁੱਖਾ ਸਰੀਰ 'ਚ ਰੱਬ ਨਹੀਂ ਮਿਲਦਾ ਤੇ ਕਿਸੇ ਨੂੰ ਪਸ਼ੂ ਪਕਸ਼ੀ ਬਣ ਕੇ ਮਿਲ ਗਿਆ। ਗੱਲ ਤੇ ਮਿਲਣ ਦੀ ਗੱਲ ਹੈ। ਪ੍ਰਭ ਮਿਲਵੇਗੀ ਇਹ ਨਿਸ਼ਾਨੀ। ਰੱਬ ਨੂੰ ਮਿਲਣ ਦੀ ਨਿਸ਼ਾਨੀ ਕੀ ਹੈ? ਮਿੱਠੀ ਲਾਗੀ ਪ੍ਰਭੂ ਕੀ ਬਾਣੀ। ਰੱਬ ਨੂੰ ਮਿਲਣ ਦਾ ਇੱਕ ਚਾਅ ਉਦੋਂ ਪੈਦਾ ਹੁੰਦਾ ਏ ਜਦੋਂ ਸਿੱਖ ਨੂੰ ਬਾਣੀ ਪੜ੍ਹ ਕੇ ਸਵਾਦ ਆਉਣ ਲੱਗ ਜੇ, ਰਸ ਆਉਣ ਲੱਗ ਜੇ, ਆਨੰਦ ਆਉਣ ਲੱਗ ਜੇ, ਤੇ ਸਮਝੋ ਰੱਬ ਨੂੰ ਮਿਲਣ ਦੇ ਪਾਸੇ ਤੁਰ ਪਏ। ਕਿਉਂਕਿ ਰੱਬ ਦੇ ਬਚਨ ਨੇ ਬਾਣੀ, ਉਹ ਮਿੱਠੇ ਲੱਗਦੇ ਆ ਤੇ ਰੱਬ ਵੀ ਮਿੱਠਾ ਲੱਗੇ। ਗੁਰੂ ਨਾਨਕ ਸਾਹਿਬ ਨੂੰ ਆਖਣ ਲੱਗਿਆ, ਮਹਾਰਾਜ ਸਾਧੂ ਤਰਸ ਦੇ ਘਰ 'ਚ ਆਏ, ਸ਼ਰਾਬ ਤੇ ਦੇ ਬੈਠੇ ਸੁਭਾਵਕ। ਕਿਉਂਕਿ ਕੋਈ ਆਸੀਸ ਬਦ ਆਸੀਸ ਕੋਈ ਜਾਣ ਕੇ ਥੋੜ੍ਹਾ ਦਿੰਦਾ। ਜਾਣ ਕੇ ਤੁਸੀਂ ਕਿਸੇ ਨੂੰ ਬਦ ਦੁਆ ਨਹੀਂ ਦੇ ਸਕਦੇ, ਫਿਰ ਉਹ ਬਦ ਦੁਆ ਨਹੀਂ। ਜਾਣ ਕੇ ਕਿਸੇ ਨੂੰ ਆਸੀਸ ਨਹੀਂ ਦੇ ਸਕਦੇ, ਉਹ ਵੀ ਅੰਦਰੋਂ ਹੀ ਆ ਸੁਭਾਵਕ ਜਿਉਂਦਾ ਰਹੇ। ਸੁਭਾਵਕ ਨਿਕਲੂ, ਉਹ ਵੱਡੀ ਗੱਲ ਹੈ। ਕਹਿੰਦੇ ਜਦੋਂ ਸਾਧੂ ਨੇ ਬਚਨ ਕਹਿ ਦਿੱਤੇ, ਮੇਰੀਆਂ ਅੱਖਾਂ 'ਚ ਹੰਝੂ ਆ ਗਏ ਵੀ ਮਨਾ ਮੇਰਿਆ ਜੂਨ ਤੇ ਜੂਨ ਹੀ ਹੈ ਟਿੱਡੀ, ਉਹ ਵੀ ਕਾਂ ਦੀ। ਕੀ ਪਤਾ ਕਿੰਨੀ ਦੇਰ ਤੱਕ ਉਸ ਜੂਨ ਵਿੱਚ ਜਿਉਣਾ ਪੈਣਾ ਏ। ਤੁਝ ਪਰ ਹੈ ਕਰਨਾ ਅਬ ਮੋਰੀ, ਇੱਕ ਬਾਰ ਦੇਵੋ ਔਰ ਬਹੋਰੀ। ਜਦੋਂ ਮੈਂ ਮੱਥਾ ਟੇਕ ਲੋਮਸ ਰਿਸ਼ੀ ਨੂੰ ਬਾਹਰ ਨਿਕਲਣ ਲੱਗਿਆ ਸਭਾ ਚੋਂ, ਮੈਨੂੰ ਕਹਿੰਦੇ ਓਏ ਰੁਕ ਇੱਕ ਮਿੰਟ, ਖੜ ਜਾ। ਕਹਿੰਦੇ ਮੈਂ ਹੱਥ ਜੋੜ ਕੇ ਖੜ ਗਿਆ। ਕਹਿੰਦੇ ਇੱਕ ਵਾਰ ਤੈਨੂੰ ਹੋਰ ਦੇਣਾ। ਖੁਸ਼ ਹੋ ਗਏ ਨਾ ਸਾਧੂ। ਜੇ ਅੰਦਰ ਵੈਰ ਹੁੰਦਾ ਸਾਧੂ ਦੇ, ਅੰਦਰ ਵਿਰੋਧ ਹੁੰਦਾ, ਈਰਖਾ ਹੁੰਦੀ, ਉਹਨੇ ਕਹਿਣਾ ਸੀ ਜਾ ਤੇਰਾ ਕੱਖ ਨਾ ਰਹੇ, ਤੈਨੂੰ ਮੈਂ ਪਹਿਲਾਂ ਮਾੜਾ ਕਹਿਤਾ ਹੁਣ ਚੰਗਾ ਕਿਵੇਂ ਕਹਿ ਦਿਆਂ। ਫਕੀਰ ਸਾਧੂ ਰੱਬ ਦੇ ਪਿਆਰੇ ਅੰਦਰ ਵੈਰ ਵਿਰੋਧ ਨਹੀਂ ਹੁੰਦਾ। ਜੋ ਹੈ ਸੁਭਾਵਕ ਹੈ, ਉਹ ਪਾਣੀ ਦਾ ਵਹਿਣ ਹੈ। ਕਈ ਵਾਰ ਉਛਲ ਵੀ ਪੈਂਦੇ ਆ ਤੇ ਸ਼ਾਂਤ ਵੀ ਹੋ ਜਾਂਦੇ। ਕਹਿੰਦੇ ਇੱਕ ਵਾਰ ਹੋਰ ਲੈ ਜਾ, ਤੂੰ ਸਤ ਸੰਗ ਵਿੱਚ ਬੈਠਾ ਹੈ, ਤੈਨੂੰ ਇਹਦਾ ਫਲ ਪ੍ਰਾਪਤ ਹੋਵੇਗਾ। ਮ੍ਰਿਤ ਹੋਏ ਜਬ ਕਰ ਚਿਤ ਚਾਹੇ, ਬਿਨ ਚਾਹੇ
ਮਿਤ ਹੈ ਕਬ ਨਾਹੀ। ਮੈਂ ਕਿਹਾ ਜੀ ਬਖਸ਼ ਦਿਓ। ਕਹਿੰਦੇ ਸੰਗਤ ਵਿੱਚ ਬੈਠਾ ਹੈ, ਕਥਾ ਸੁਣਦਾ ਹੈ, ਜਾ ਤੈਨੂੰ ਵਰ ਦਿੱਤਾ, ਜਦ ਤੂੰ ਚਾਹੇਗਾ ਮੌਤ ਉਦੋਂ ਆਏਗੀ, ਜੇ ਤੂੰ ਮਰਨਾ ਹੀ ਨਹੀਂ ਚਾਹੇਗਾ ਤੇ ਮੌਤ ਤੇਰੀ ਦਹਲੀਜ਼ ਤੇ ਨਹੀਂ ਆਏਗੀ। ਆਖੋ ਸਤਿਨਾਮ। ਤੂੰ ਚਿਰੰਜੀਵੀ ਅਮਰ ਰਹੇਗਾ। ਇਹਨੂੰ ਕਹਿੰਦੇ ਅਮਰ ਹੋਣਾ, ਕਦੇ ਮਰਨਾ ਹੀ ਨਹੀਂ। ਬਾਣੀ ਕਹਿੰਦੀ ਹੈ ਅੰਮ੍ਰਿਤ ਪੀਵੈ ਅਮਰ ਸੋ ਹੋਏ। ਜੋ ਨਾਮ ਅੰਮ੍ਰਿਤ ਨੂੰ ਜੀਵਨ ਵਿੱਚ ਪੀ ਲੈਂਦਾ ਏ, ਢਾਲ ਲੈਂਦਾ ਏ, ਵਸਾ ਲੈਂਦਾ ਏ, ਸਤਿਗੁਰ ਕਹਿੰਦੇ ਜਿਉਂਦਾ ਜੀ ਅਮਰ ਹੈ। ਉਹਨੂੰ ਕੋਈ ਦੁੱਖ ਦੁਖੀ ਨਹੀਂ ਕਰਦਾ, ਕੋਈ ਸੁੱਖ ਸੁਖੀ ਨਹੀਂ ਕਰਦਾ, ਸਟੇਬਲ ਰਹਿੰਦਾ, ਕਿਉਂਕਿ ਉਹ ਅੰਮ੍ਰਿਤ ਹੈ, ਅੰਮ੍ਰਿਤ ਦਾ ਵਪਾਰੀ ਹੈ। ਗੁਰੂ ਨਾਨਕ ਸਾਹਿਬ ਜੀ ਦੇ ਸਨਮੁਖ ਆਖਣ ਲੱਗੇ, ਪਾਤਸ਼ਾਹ ਰਿਸ਼ੀ ਕਹਿੰਦੇ ਤੂੰ ਮਰੇਗਾ ਨਹੀਂ, ਜਦ ਤੇਰਾ ਚਿੱਤ ਕਰੇ ਤੂੰ ਮੌਤ ਨੂੰ ਆਵਾਜ਼ ਮਾਰੇਗਾ, ਤੈਨੂੰ ਮੌਤ ਲੈਣ ਉਦੋਂ ਆਏਗੀ। ਭਾਵੇਂ ਲੱਖਾਂ ਸਾਲ ਕਰੋੜਾਂ ਸਾਲ ਬੈਠਾ ਰਹੀਂ, ਮੌਤ ਤੇਰੇ ਰਾਹ ਦਾ ਦਰਵਾਜ਼ਾ ਭੁੱਲ ਜਾਏਗੀ, ਰਾਹ ਤੇ ਦਰਵਾਜ਼ਾ ਭੁੱਲ ਜਾਏਗੀ। ਇਹ ਤੇਰੇ ਹੱਥ ਹੈ, ਮਰਨਾ ਹੈ ਜਾਂ ਨਹੀਂ। ਸੋਰਠ ਸੁਣ ਤeh ਕੀ ਅਸਮੈਨ, ਹਰਖਤ ਆਵਾ ਥਾਨ ਇਹ। ਮੈਂ ਸੁਣ ਕੇ ਮਹਾਂਪੁਰਖਾਂ ਦੇ ਬਚਨਾਂ ਨੂੰ ਬੜਾ ਖੁਸ਼ ਹੋਇਆ ਵੀ ਚੱਲ ਕੋਈ ਜੂਨ ਮਿਲੀ, ਜੂਨ ਵਿੱਚ ਸੋਝੀ ਤਾਂ ਮਿਲੀ, ਰੱਬ ਦੀ ਭਗਤੀ ਤਾਂ ਮਿਲੀ ਨਾ। ਕਿੱਡੇ ਵੱਡੇ ਭਾਗ ਨੇ ਮੇਰੇ। ਮੈਨੂੰ ਮਹਾਂਪੁਰਖਾਂ ਨੇ ਕਹਿ ਦਿੱਤਾ ਤੈਨੂੰ ਆਪਣੇ ਆਪ ਦੀ ਸੋਝੀ ਰਹੇਗੀ, ਤੂੰ ਨਾਮ ਵੀ ਜਪੇਗਾ, ਮਰਨਾ ਚਾਹੇਗਾ ਮਰ ਜਾਈ, ਨਹੀਂ ਮਰਨਾ ਚਾਹੁੰਦਾ ਤੇਰੀ ਮਰਜ਼ੀ। ਦੁਨੀਆ ਤੇ ਕੋਈ ਐਸਾ ਹੋਇਆ ਜੋ ਆਪਣੀ ਮਰਜ਼ੀ ਨਾਲ ਮਰੇ ਤੇ ਮਰਜ਼ੀ ਨਾਲ ਜੀਵੇ। ਜਦ ਕਾਲ ਆ ਗਿਆ ਜਾਣਾ ਪੈਂਦਾ ਹੈ। ਬਾਣੀ ਕਹਿੰਦੀ ਹੈ ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ। ਜਦੋਂ ਘੱਲ ਦਿੰਦਾ ਏ, ਭੇਜ ਦਿੰਦਾ, ਦੁਨੀਆ ਤੇ ਆਉਣਾ ਪੈਂਦਾ। ਜਦੋਂ ਸੱਦਾ ਦੇ ਦੇ ਤੇ ਸਭ ਕੁਝ ਛੱਡ ਕੇ ਜਾਣਾ ਪੈਂਦਾ। ਫੇਰ ਨਹੀਂ ਵੇਖਦਾ ਧਨ ਕਿੰਨਾ ਹੈ, ਦੌਲਤ ਕਿੰਨੀ, ਪਰਿਵਾਰ ਕਿੰਨਾ, ਮਿੱਤਰ ਦੋਸਤ ਕਿੰਨੇ ਨੇ, ਕੀ ਕਰਨਾ ਕੀ ਨਹੀਂ ਕਰਨਾ, ਉਸੇ ਪਲ ਜਾਣਾ ਪੈਂਦਾ ਜਦੋਂ ਸੱਦਾ ਆਇਆ। ਗੁਰੂ ਨਾਨਕ ਸਾਹਿਬ ਮਹਾਰਾਜ ਸੁਣ ਕੇ ਬੜੇ ਹੈਰਾਨ ਹੋਏ। ਕਹਿੰਦੇ ਵਾਹ ਮਹਾਂਪੁਰਖੋ, ਧੰਨ ਹੋ ਸਾਧੂ ਜਿਨ੍ਹਾਂ ਨੇ ਸ਼ਰਾਪ ਦੇਣ ਤੋਂ ਬਾਅਦ ਵੀ ਉਸ ਵਿਅਕਤੀ ਬਾਰੇ ਸੋਚਿਆ ਵੀ ਇਹਨੂੰ ਰੱਬ ਚੇਤੇ ਆਵੇ, ਕਿਉਂਕਿ ਬ੍ਰਹਮ ਗਿਆਨੀ ਸੀ। ਇਸ ਲਈ ਬ੍ਰਹਮ ਗਿਆਨੀ ਸਦਾ ਮੁਕਤ ਹੁੰਦਾ ਏ। ਉਹ ਸਦ ਜੀਵੈ ਹੁੰਦਾ ਹੈ, ਮਰਦਾ ਹੀ ਕਦੇ ਨਹੀਂ। ਝੋਰੇ ਨਾਲ ਨਹੀਂ ਮਰਦਾ, ਵੈਰ ਨਾਲ ਨਹੀਂ ਮਰਦਾ, ਡਰ ਨਾਲ ਨਹੀਂ ਮਰਦਾ, ਪਰਵਾਹ ਨਾਲ ਨਹੀਂ ਮਰਦਾ, ਬੇਪਰਵਾਹ ਰਹਿੰਦਾ ਸਦਾ। ਲੋਮਸ ਰਿਸ਼ੀ ਨੇ ਮੈਨੂੰ ਬਚਨ ਆਖੇ, ਕਹਿੰਦੇ ਮੈਂ ਨਮਸਕਾਰ ਕਰਕੇ ਬਾਹਰ ਆ ਗਿਆ, ਪਰ ਮੈਨੂੰ ਅੰਦਰੋਂ ਅੰਦਰ ਫਿਕਰ ਸੀ ਵੀ ਮਰਨਾ ਪੈਣਾ। ਇੱਕ ਵਾਰ ਬਾਰ-ਬਾਰ ਕਹਿੰਦੇ ਜਿਸ ਵੇਲੇ ਮੈਂ ਉੱਠ ਕੇ ਬਾਹਰ ਆਇਆ, ਮੌਤ ਵੀ ਨਾ ਆਈ, ਇੱਕਦਮ ਮੇਰਾ ਸਰੀਰ ਇਸ ਰੂਪ ਵਿੱਚ ਬਣ ਗਿਆ। ਭੀ ਵਿਸਾਲ ਮਨ ਚੈਨ, ਨਹਿ ਤਿਆਗੋ ਅਬ ਦੇਹ ਕੋ। ਕਹਿੰਦੇ ਜਿਸ ਵੇਲੇ ਮੈਂ ਮਨੁੱਖਾ ਸਰੀਰ ਤੋਂ ਕਾਂ ਦੇ ਰੂਪ 'ਚ ਆਇਆ, ਰੰਗ ਕਾਲਾ ਹੋ ਗਿਆ, ਸਰੀਰ ਮਨੁੱਖਾਂ ਵਾਲਾ ਹੈ, ਚੁੰਝ ਉਹੋ ਜਿਹੀ ਹੋ ਗਈ। ਕਹਿੰਦੇ ਬੇਸ਼ੱਕ ਮਰ ਜਾ ਜੇ ਮੈਂ ਕਾਂ ਦੇ ਰੂਪ ਦੇ ਵਿੱਚ ਆ, ਪਰ ਮੈਂ ਸੁਖੀ ਬਹੁਤ, ਸਕੂਨ ਬੜਾ ਹੈ। ਕਾਂ ਇੱਕ ਐਸਾ ਜੀਵ, ਐਸਾ ਪੰਛੀ ਹੈ, ਇਹ ਕਦੇ ਟਿਕ ਹੀ ਨਹੀਂ ਬਹਿ ਸਕਦਾ। ਬੇਵਕੂਫ ਐਡਾ ਹੈ, ਕੋਇਲ ਆਪਣੇ ਆਂਡੇ ਕਾਂ ਦੇ ਆਲਣੇ 'ਚ ਦੇ ਆਉਂਦੀ ਹੈ, ਭੁਲੇਖੇ ਨਾਲ ਹੀ ਪਾਲਦਾ ਰਹਿੰਦਾ ਵੀ ਮੇਰੇ ਬੱਚੇ ਆ। ਬੋਲੀ ਸੁਣਨ ਤੋਂ ਬਾਅਦ ਪਤਾ ਲੱਗਦਾ ਵੀ ਇਹ ਤੇ ਕਿਸੇ ਹੋਰ ਦੀ ਸੀ। ਮਾਦਾ ਕਾਂ ਤੇ ਕਾਂ ਦੋਨੋਂ ਭਰਮ 'ਚ ਰਹਿੰਦੇ, ਪਰ ਇਹ ਕਦੇ ਟਿਕ ਨਹੀਂ ਸਕਦੇ, ਚੁੱਪ ਕਰਕੇ ਬਹਿ ਨਹੀਂ ਸਕਦੇ। ਇਸੇ ਕਰਕੇ ਸਿਆਣੇ ਲੋਕ ਬੱਚਿਆਂ ਨੂੰ ਕਹਿੰਦੇ ਸੀ ਕਿਉਂ ਕਾਂ ਕਾਂ ਲਾਈ, ਚੁੱਪ ਨਹੀਂ ਕਰਦੇ, ਸੁਭਾਵਕ ਹੈ। ਕਹਿੰਦੇ ਜਦੋਂ ਇਹ ਬਚਨ ਕਹਿ ਦਿੱਤੇ ਮਹਾਰਾਜ ਮੈਨੂੰ ਆ ਜੂਨ ਪ੍ਰਾਪਤ ਹੋ ਗਈ, ਜੂਨ ਕਾਹਦੀ, ਮੇਰਾ ਤੇ ਜੀਵਨ ਬਣ ਗਿਆ। ਕਹਿੰਦੇ ਮੇਰਾ ਕਿਸੇ ਨਾਲ ਬੋਲਣ ਨੂੰ ਚਿੱਤ ਨਹੀਂ ਕਰਦਾ, ਮੈਂ ਅੰਦਰੋਂ ਆਨੰਦਿਤ ਰਹਿਣਾ, ਸੁਖੀ ਰਹਿਣਾ, ਰਸ ਵਿੱਚ ਰਹਿਣਾ। ਪਾਤਸ਼ਾਹ ਉਦੋਂ ਤੋਂ ਲੈ ਕੇ ਅੱਜ ਤੱਕ ਕਿੰਨੇ ਯੁੱਗ ਲੰਘ ਗਏ, ਲੱਖਾਂ ਕਰੋੜਾਂ ਸਾਲ ਬਤੀਤ ਹੋ ਗਏ, ਮੈਨੂੰ ਗਮ ਕੋਈ ਨਹੀਂ, ਮੈਨੂੰ ਪਰਵਾਹ ਕੋਈ ਨਹੀਂ, ਮੈਂ ਰੱਬ ਦੇ ਰੰਗਾਂ ਵਿੱਚ ਰਤਿਆ ਰਹਿੰਦਾ ਹਾਂ। ਪ੍ਰੇਮ ਭਗਤ ਰਸਿਆ ਏ, ਕਾਕ ਜਨਮ ਕੋ ਪਾਏ ਕੈ। ਬੇਸ਼ੱਕ ਮੈਂ ਕਾਂ ਦੀ ਜੂਨ ਵਿੱਚ ਬੈਠਾ, ਪਰ ਅੰਦਰੋਂ ਮੈਂ ਪ੍ਰੇਮ ਭਗਤੀ ਰਸ ਵਿੱਚ ਭਿੱਜਿਆ ਹੋਇਆ। ਨਾਮ ਜਪਣ ਵਾਲੇ ਦੀ ਨਿਸ਼ਾਨੀ ਇਹ ਹੈ ਜੀ ਉਹ ਅੰਦਰੋਂ ਬੰਦਗੀ ਕਰਦਾ ਨਾ, ਸੱਚੀ ਉਹਨੂੰ ਦੁਨੀਆ ਨੂੰ ਬੁਲਾਉਣ ਨੂੰ ਚਿੱਤ ਜਾ ਨਹੀਂ ਕਰਦਾ, ਉਹ ਬਚੇਗਾ ਹਰ ਕੰਮ 'ਚ। ਬੰਦਗੀ ਵਾਲੇ ਨੂੰ ਆਖੋ ਵਿਆਹ ਤੇ ਚੱਲੀਏ, ਕਹਿੰਦਾ ਨਾ ਤੂੰ ਜਾ,
ਆ ਜਾ ਭੋਗ ਤੇ ਚੱਲੀਏ ਕਿਸੇ ਦੇ, ਨਾ ਤੂੰ ਜਾਇਆ। ਆ ਫਲਾਣੀ ਥਾਂ ਮੇਲਾ ਲੱਗਾ, ਕਹਿੰਦਾ ਨਾ ਭਾਈ ਤੂੰ ਜਾਇਆ। ਕਿਉਂ? ਕਿਉਂਕਿ ਉਹਨੂੰ ਆ ਨਾ ਸ਼ੋਰ ਸ਼ਰਾਬਾ ਪਸੰਦ ਨਹੀਂ ਹੈ। ਉਹਨੂੰ ਪਸੰਦ ਕੀ ਹੈ? ਇਕਾਂਤ, ਰੱਬ ਦੀ ਕੁਦਰਤ, ਪੰਛੀਆਂ ਦਾ ਚਹਿਕਣਾ, ਕੁਦਰਤ ਦੀ ਆਵਾਜ਼ ਸੁਣਨਾ, ਅੰਦਰੋਂ ਸਿਮਰਨ ਦੀ ਆਵਾਜ਼ ਸੁਣਨਾ, ਉਹਨੂੰ ਇਹ ਪਸੰਦ ਹੈ। ਨਾ ਉਹਨੂੰ ਟੀਵੀ ਪਸੰਦ, ਨਾ ਮੋਬਾਈਲ ਪਸੰਦ। ਵਰਤਦੇ ਸਾਰਾ ਕੁਝ ਨੇ ਪਰ ਇਹਨਾਂ ਚੀਜ਼ਾਂ 'ਚ ਚਿੱਤ ਨਹੀਂ ਲਾਉਂਦੇ। ਕਾਗ ਭਸੌਂਡਾ ਆਖਣ ਲੱਗੇ, ਕਹਿੰਦੇ ਐਸੀ ਰੱਬ ਦੀ ਮਿਹਰ ਕਿਰਪਾ ਮੇਰੇ ਤੇ ਹੋਈ, ਮੈਂ ਅੰਦਰੋਂ ਸ਼ਾਂਤ ਹੋਇਆ, ਆਨੰਦਿਤ ਹੋਇਆ, ਇੱਕ ਰਸ ਵਿੱਚ ਭਿੱਜਿਆ। ਕਦੇ ਕਦੇ ਚਿੱਤ ਕਰਦਾ ਰੱਬ ਦੀ ਮਹਿਮਾ ਕਰਾਂ, ਇਹਨਾਂ ਪੰਛੀਆਂ ਨੂੰ ਇਕੱਠੇ ਕਰਕੇ ਮੈਂ ਸਤ ਸੰਗ ਕਰਦਾ ਹਾਂ। ਨਹਿ ਤਜਿਓ ਅਬ ਜਾਏ, ਰਹੋ ਸਦਾ ਆਨੰਦ ਮਨ। ਪਾਤਸ਼ਾਹ ਮੇਰਾ ਇਹ ਸਰੀਰ ਛੱਡਣ ਨੂੰ ਜੀ ਨਹੀਂ ਕਰਦਾ। ਜੇ ਇਸ ਸਰੀਰ ਕਰਕੇ ਮੈਨੂੰ ਰੱਬ ਦੇ ਗੁਣ ਗਾਉਣ ਦਾ ਮੌਕਾ ਮਿਲਿਆ, ਉੱਤੇ ਪੂਜਣ ਲਾਇਕ ਹੈ। ਅੱਜ ਕਰੋੜਾਂ ਸਾਲ ਹੋ ਗਏ ਮੈਂ ਇਸੇ ਜਿਸਮ ਵਿੱਚ, ਇਸੇ ਸਰੀਰ ਵਿੱਚ ਬੈਠਾ, ਕਿਉਂਕਿ ਕਾਗ ਭਸੌਂਡੇ ਉਹ ਨੇ ਜਿਨ੍ਹਾਂ ਨੇ ਆਖਿਆ ਮੇਰੇ ਹੁੰਦੇ ਕਿੰਨੇ ਬ੍ਰਹਮਾ ਮਰੇ ਤੇ ਕਿੰਨੇ ਬ੍ਰਹਮਾ ਜੰਮੇ। ਬ੍ਰਹਮਾ ਵੀ ਉਹ 1000 ਯੁੱਗ ਦਾ ਜਿਹਦੇ 12 ਘੰਟੇ ਬਣਦੇ ਆ, 2000 ਯੁੱਗ ਦਾ 24 ਘੰਟਿਆਂ ਦਾ ਦਿਨ ਰਾਤ ਬਣਦਾ ਏ। ਐਸਾ ਬ੍ਰਹਮਾ ਜੀ ਦੀ 1000 ਸਾਲ ਉਹਨਾਂ ਵਕਤਾਂ ਦੀ ਉਮਰ ਹੈ। ਕਹਿੰਦੇ ਕਿੰਨੇ ਮਰ ਗਏ, ਕਿੰਨੇ ਜੰਮ ਗਏ, ਕਿੰਨੀ ਵਾਰ ਦੁਨੀਆ ਫਨਾ ਹੋਈ, ਕਿੰਨੀ ਵਾਰ ਜੱਗ ਪਰਲੋ ਆਈ। ਨਵੇਂ ਨਵੇਂ ਆਉਂਦੇ ਤੇ ਨਵੇਂ ਨਵੇਂ ਜਾਂਦੇ। ਕਿੰਨੇ ਪੀਰ ਪੈਗੰਬਰ ਔਲੀਏ ਅਵਤਾਰ ਇੱਥੇ ਹੁੰਦੇ ਰਹੇ, ਪਰ ਕਹਿੰਦੇ ਪਾਤਸ਼ਾਹ ਮੈਂ ਆਪਣੇ ਆਨੰਦ ਵਿੱਚ, ਆਪਣੇ ਸਕੂਨ ਵਿੱਚ ਆ, ਮੈਨੂੰ ਫਿਕਰ ਹੀ ਨਹੀਂ ਕੋਈ ਸ੍ਰਿਸ਼ਟੀ ਦੇ ਕੀ ਹੋ ਰਿਹਾ ਹੋਵੇ, ਕਿਉਂਕਿ ਇਸ ਕੁਦਰਤ ਦਾ ਫਿਕਰਮੰਦ ਉਹ ਕਾਦਰ ਹੈ, ਮੈਂ ਨਹੀਂ ਆ। ਮੈਂ ਤੇ ਨਿਸ਼ਚਿੰਤ ਆ, ਮੈਂ ਤੇ ਬੇਪਰਵਾਹੀ ਦੇ ਆਲਮ ਵਿੱਚ ਆ, ਆਪਣੇ ਆਨੰਦ ਵਿੱਚ ਬਹਿ ਕੇ ਪ੍ਰਭੂ ਦੀ ਕੀਰਤ ਕਰਦਾ ਹਾਂ। ਚੌਪਈ ਅਸ ਪ੍ਰਕਾਰ ਸਭ ਕਥਾ ਸੁਨਾਈ, ਚਲਨੇ ਤਿਆਰ ਭਈ ਜਗ ਰਾਈ। ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੁਣ ਕੇ ਆਖਣ ਲੱਗੇ, ਕਾਗ ਭਸੁੰਡ ਜੀ ਧੰਨ ਹੋ ਤੁਸੀਂ, ਧੰਨ ਹੋ ਤੁਸੀਂ। ਗੁਰੂ ਨਾਨਕ ਸਾਹਿਬ ਨੇ ਨਮਸਕਾਰ ਕੀਤੀ ਉਹਨਾਂ ਨੂੰ, ਕਾਗ ਭਸੁੰਡ ਨੇ ਸਤਿਗੁਰਾਂ ਨੂੰ ਕੀਤੀ। ਕਹਿੰਦਾ ਬਾਬਾ ਇੱਕ ਗੱਲ ਦੱਸਾਂ, ਮੈਨੂੰ ਲੋਮਸ ਰਿਸ਼ੀ ਨੇ ਆਖਿਆ ਸੀ ਰੱਬ ਰੱਬ ਕਰੇਗਾ, ਇੱਕ ਦਿਨ ਰੱਬ ਮਿਲਣ ਆਏਗਾ। ਅੱਜ ਉਹ ਸਮਾਂ ਆਇਆ, ਭਾਵੇਂ ਲੱਖਾਂ ਸਾਲਾਂ ਬਾਅਦ ਆਇਆ। ਐ ਸ੍ਰਿਸ਼ਟੀ ਦੇ ਕਰਤਾ ਪਰਮਾਤਮਾ ਜੀਓ, ਤੁਹਾਨੂੰ ਅੱਖਾਂ ਸਾਵੇਂ ਦੇਖ ਆਨੰਦ ਬਿਸਮਾਦ ਹੋ ਗਿਆ। ਆਖੋ ਸਤਿਨਾਮ। ਹੁਣ ਕੋਈ ਪਰਵਾਹ ਨਹੀਂ ਹੈ। ਮਰਦ ਕਹਿੰਦੇ ਮਰਦੀ ਆ, ਜੇ ਤਨ ਦਾ ਪਰਿਤਿਆਗ ਕਰਨਾ, ਕਹਿੰਦਾ ਨਹੀਂ ਬਾਦਸ਼ਾਹ ਮੈਂ ਇਸੇ 'ਚ ਹੀ ਖੁਸ਼ ਹਾਂ, ਮੈਨੂੰ ਇਸੇ ਵਿੱਚ ਹੀ ਆਨੰਦ ਹੈ। ਦੇਖੋ ਰੱਬ ਨੇ ਸਾਨੂੰ ਕਿੰਨਾ ਸੋਹਣਾ ਸਰੀਰ ਦਿੱਤਾ ਹੈ, ਘਰ ਪਰਿਵਾਰ ਸਾਡੇ ਕੋਲੇ ਹੈ, 3 ਟਾਈਮ ਦੀ ਰੋਟੀ ਮਿਲ ਜਾਂਦੀ, ਚਲੋ ਹੁੰਦੀ ਤੇ 2 ਟਾਈਮ ਦੀ, ਆਪਾਂ 3 ਖਾ ਲਈਦੀ ਹੈ। ਸਾਰੀਆਂ ਸਹੂਲਤਾਂ ਸਾਡੇ ਕੋਲ ਨੇ। ਮਜਾਲ ਹੈ ਕਦੇ ਥੈਂਕਸ ਕੀਤਾ ਮੇਰਾ ਪਿਤਾ, ਹਰ ਵੇਲੇ ਕਲਪਦੇ ਆਹ ਪਲਾਟ ਮੈਨੂੰ ਕਿਉਂ ਨਹੀਂ ਮਿਲੇਗਾ, ਆਹ ਕੋਠੀ ਮੇਰੇ ਨਾਮ ਹੋ ਜੇ, ਆਹ ਚੀਜ਼ ਸਾਡੇ ਕੋਲ ਆ ਜੇ। ਪਰੇਸ਼ਾਨ ਹੈ ਜਦ ਕਿ ਪਤਾ ਹੈ ਜਿੱਦਣ ਜਾਣਾ ਨਾ, ਆਪਣਿਆਂ ਨੂੰ ਦੱਸ ਕੇ ਵੀ ਨਹੀਂ ਜਾਣਾ ਵੀ ਮੇਰੇ ਕੋਲ ਕੀ ਤੇ ਮੈਂ ਕਿੱਥੇ ਚੱਲਿਆ। ਫਿਰ ਵੀ ਬੰਦਾ ਮੇਰੀ ਮੇਰੀ ਦੇ ਚੱਕਰਾਂ 'ਚ ਰੱਬ ਨੂੰ ਭੁੱਲੀ ਬੈਠਾ, ਸ਼ੁਕਰਗੁਜ਼ਾਰ ਹੀ ਨਹੀਂ ਜੋ ਤੇਰੇ ਕੋਲੇ ਆ ਨਾ ਮਨਾ। ਬੜਿਆਂ ਲੋਕਾਂ ਦੀ ਜ਼ਿੰਦਗੀ ਦਾ ਉਹ ਸੁਪਨਾ ਏ, ਪ੍ਰਾਪਤ ਨਹੀਂ ਕਰ ਸਕੇ, ਪਰ ਤੂੰ ਸ਼ੁਕਰਗੁਜ਼ਾਰ ਨਹੀਂ। ਕਹਿੰਦਾ ਮਹਾਰਾਜ ਮੈਂ ਤੇ ਸ਼ੁਕਰ ਕਰਦਾ, ਮੈਂ ਤੇ ਆਨੰਦ ਵਿੱਚ ਆ, ਭਾਵੇਂ ਹਿਮਾਲਿਆ ਦੀਆਂ ਬਰਫਾਂ 'ਚ ਬੈਠਾ। ਆਹ ਪਹਾੜ ਆ ਨਾ ਜਿਹੜਾ ਕਾਗ ਭਸੁੰਡ ਦਾ, ਇਹ ਚਾਈਨਾ 'ਚ ਪੈਂਦਾ, ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਆਏ ਨੇ। ਹੇਮਕੁੰਡ ਸਾਹਿਬ ਤੋਂ ਤੀਜੀ ਚੋਟੀ ਦਾ ਜ਼ਿਕਰ ਹੈ, ਸਾਹਮਣੇ ਤੋਂ ਹੀ ਨਜ਼ਰ ਆਉਂਦਾ, ਪਰ ਉੱਥੇ ਜਾਵੇ ਕੌਣ? ਵਿਰਲੇ ਗੁਰਸਿੱਖ ਨੇ ਜਦੋਂ ਚੋਟੀਆਂ ਤੇ ਨਿਸ਼ਾਨ ਸਾਹਿਬ ਚੜ੍ਹਦੇ ਆ ਨਾ, ਹੇਮਕੁੰਡ ਸਾਹਿਬ 7 ਦੀਆਂ 7 ਚੋਟੀਆਂ, ਤੀਜੀ ਚੋਟੀ ਸਾਰਿਆਂ ਤੋਂ ਦੂਰ ਹੈ, 2 ਦਿਨ ਲੱਗਦੇ ਆ। ਟਕਸਾਲ ਦੇ ਸਿੰਘ ਜਾਂਦੇ ਆ, ਨਿਸ਼ਾਨ ਸਾਹਿਬ ਚੜ੍ਹਾ ਕੇ ਆਉਂਦੇ ਆ, ਉੱਥੋਂ ਇਹ ਨਜ਼ਰ ਆਉਂਦੀ ਹੈ, ਦਿਸਦੀ ਹੈ ਜਿੱਥੇ ਗੁਰੂ ਸਾਹਿਬ ਗਏ। ਬਹੁਤ ਕੁਛ ਐਸਾ ਦੁਨੀਆ ਦੇ ਵਿੱਚ ਜੋ ਲੱਭਣ ਵਾਲਾ ਹੈ, ਜੋ ਲੱਭ ਲਈਏ। ਅੱਜ ਦੀਨ ਦੁਨੀਆ ਦੇ ਮਾਲਕ ਸਤਿਗੁਰਾਂ ਨਮਸਕਾਰ ਕੀਤੀ, ਆਗਿਆ ਮੰਗੀ, ਕਹਿੰਦੇ ਮਹਾਂਪੁਰਖੋ ਆਗਿਆ ਦੇ ਦਿਓ। ਫਿਰ ਕਹਿੰਦੇ ਪ੍ਰਭੂ ਜੀ ਮਿਲਦੇ ਰਹੇ। ਹੱਸ ਕੇ ਮਹਾਰਾਜ ਕਹਿੰਦੇ ਮਿਲਣਾ ਤੇ ਉਹਨੇ ਆ ਜਿਹਨੇ ਵਿਛੜਨਾ ਹੋਵੇ। ਮੈਂ ਤੇ ਤੂੰ, ਤੂੰ ਤੇ ਮੈਂ, ਸਦਾ ਹੀ ਤੇ ਇੱਕ ਹਾਂ। ਆਖੋ ਸਤਿਨਾਮ। ਨਮਸਕਾਰ ਕਰ ਦਿੱਤੀ। ਕਾਗ ਭਸੁੰਡ ਦੇ ਕੋਲ ਜਿੰਨੇ ਪੰਛੀ ਬੇਹੰਗਮ ਸਾਧੂ ਬੈਠੇ ਸੀ, ਸਭ ਨੇ ਮੱਥਾ ਟੇਕਿਆ। ਦੀਨ ਦੁਨੀਆ ਦੇ ਮਾਲਕ ਕਹਿੰਦੇ ਚੱਲ ਮਰਦਾਨਿਆ, ਤੈਨੂੰ ਪਰਬਤਾਂ ਦੀਆਂ ਸੈਰਾਂ ਕਰਾਂਗੇ। ਵੇਖੋ
ਸੁਮੇਰ ਪਰਬਤ, ਉਹ ਤੋਂ ਬਾਅਦ ਮੀਨਾ ਪਰਬਤ, ਕਿੰਨੀਆਂ ਸ਼੍ਰਿੰਖਲਾ ਤੋਂ ਹੁੰਦੇ ਹੁੰਦੇ ਸਤਿਗੁਰੂ ਇੱਥੇ ਆਏ। ਕਿਉਂਕਿ ਭਾਈ ਮਰਦਾਨੇ ਨੇ ਕਿਹਾ ਸੀ, ਮਰਦ ਮੈਨੂੰ ਉਹ ਸ਼ਖਸ ਮਿਲਾਓ ਜੋ ਇੱਕ ਵਾਰੀ ਜੰਮਿਆ ਤੇ ਕਦੇ ਵੀ ਨਹੀਂ ਮਰਿਆ। 4 ਯੁੱਗ ਬਹੁਤ ਵੱਡੀ ਗੱਲ ਹੈ। ਬਾਣੀ ਲਿਖਦੀ, ਜੇ ਯੁੱਗ ਚਾਰੇ ਯਾਰ ਜਾ ਹੋਰ ਤਸੂਈ ਹੋਵੇ। ਇਸ਼ਾਰਾ ਕਿੱਧਰ ਹੈ? ਕਹਿੰਦੇ 4 ਯੁੱਗਾਂ ਦੀ ਉਮਰ ਹੋ ਜੇ ਕਿਸੇ ਦੀ 43,20,000 ਸਾਲ, 4 ਯੁੱਗ ਟੋਟਲ ਕਰਕੇ ਉਮਰ ਬਣਦੀ ਹੈ। ਇੰਨੀ ਹੈ ਕਿਸੇ ਦੀ? ਇੱਥੇ ਤਾਂ 60 ਤੋਂ ਨਹੀਂ ਡੱਪਦਾ, ਕੋਈ 17 ਤੋਂ ਬਾਹਰ ਨਹੀਂ ਜਾਂਦਾ। ਫਿਕਰ ਹੁੰਦਾ ਵੀ ਹਾਏ ਮਾਰੀ ਨਾ ਜਾਵਾਂ। ਪਰ 4 ਯੁੱਗਾਂ ਦੀ ਉਮਰ ਹੋਵੇ। ਸਾਹਿਬ ਕਹਿੰਦੇ ਹੋਰ ਦਸੂਣੀ ਹੋਏ, 10 ਗੁਣਾ ਲੰਮੀ ਕਰ ਲੈ। ਤੇ ਇਹ ਸੀ ਚਿਰੰਜੀਵੀ, ਜਿਹਦੇ ਸਾਹਮਣੇ ਪਤਾ ਨਹੀਂ ਕਿੰਨੇ ਕੁ ਯੁੱਗ ਬਤੀਤ ਹੋਏ, ਕਿੰਨੇ ਕੁ ਬ੍ਰਹਮਾ ਮਰ ਗਏ, ਕਿੰਨੇ ਕੁ ਸ਼ਿਵ ਮਰ ਗਏ। ਉਮਰਾਂ ਭੋਗ ਕੇ ਹਜ਼ਾਰਾਂ ਹਜ਼ਾਰਾਂ ਯੁੱਗਾਂ ਦੀਆਂ, ਸਾਲਾਂ ਦੀਆਂ। ਪਰ ਉਹ ਅੱਜ ਵੀ ਆਨੰਦ 'ਚ ਬੈਠੇ। ਆਸ ਸੀ ਉਹ ਰੱਬ ਮਿਲਣ ਆਪ ਆਇਆ। ਇਹ ਸੀ ਪ੍ਰਤੱਗਿਆ, ਇਹ ਸੀ ਪ੍ਰੇਮ। ਭਾਵੇਂ ਸਾਧੂ ਨੇ ਸ਼ਰਾਫ ਦਾ ਬਚਨ ਆਖਿਆ। ਕਈ ਵਾਰ ਤੁਹਾਡਾ ਕੋਈ ਬੁਰਾ ਕਰਦਾ ਨਾ, ਤੁਹਾਨੂੰ ਲੱਗਦਾ ਮੇਰਾ ਇਹਨੇ ਬੁਰਾ ਕੀਤਾ, ਪਰ ਰੱਬ ਨੇ ਤੁਹਾਡਾ ਉਹਦੇ 'ਚ ਭਲਾ ਰੱਖਿਆ ਹੁੰਦਾ। ਤੁਹਾਨੂੰ ਵਕਤ ਬਾਅਦ ਪਤਾ ਲੱਗਦਾ ਹੈ, ਜੇ ਉਹ ਬੰਦਾ ਮੇਰੇ ਨਾਲ ਏਦਾਂ ਨਾ ਕਰਦਾ ਤੇ ਅੱਜ ਮੈਂ ਆ ਨਾ ਕਰਦਾ ਹੁੰਦਾ। ਫਲਾਣੇ ਨੇ ਮੇਰੇ ਨਾਲ ਠੱਗੀ ਮਾਰੀ, ਅੱਖਾਂ ਖੁੱਲ ਗਈਆਂ, ਉਹਨੇ ਉੱਥੇ ਠੱਗੀ ਮਾਰੀ, ਮੈਂ ਅੱਗੇ ਜਾ ਕੇ ਪ੍ਰਾਪਰਟੀ ਖਰੀਦ ਲਈ, ਉੱਥੇ ਕਰੋੜਾਂ ਦੀ ਹੋ ਗਈ। ਜੋ ਨਾ ਕਰਦਾ ਉੱਥੇ ਜੋਗੇ ਰਹਿੰਦਾ। ਰੱਬ ਜੋ ਕਰਦਾ ਹੈ ਚੰਗਾ ਕਰਦਾ ਹੈ, ਮਨੁੱਖ ਉਲਾਂਭੇ ਦਿੰਦਾ ਹੈ। ਮੱਤ ਛੋਟੀ ਹੈ। ਕਹਿੰਦਾ ਸਾਹਿਬ ਜੀ ਮੈਂ ਆਪਣੀ ਮੱਤ ਮੁਤਾਬਕ ਸੋਚਦਾ ਰਿਹਾ, ਸਾਧੂ ਨੇ ਸ਼ਰਾਫ ਦਿੱਤਾ, ਪਰ ਉਹਦੇ ਸ਼ਰਾਫ ਨੇ ਮੈਨੂੰ ਇੱਥੇ ਤੱਕ ਭੇਜਦਾ। ਮੈਨੂੰ ਰੱਬ ਮਿਲ ਗਿਆ, ਮੈਨੂੰ ਤੁਸੀਂ ਮਿਲੇ ਹੋ। ਸਤਿਗੁਰੂ ਆਗਿਆ ਲੈ ਕੇ ਇੱਥੋਂ ਅੱਗੇ ਚੱਲੇ ਨੇ। ਕਰੀ ਪਰਸਪਰ ਦੋ ਦਿਸ਼ ਬੰਧਨ, ਅਗਰਜ ਗਮਨੇ ਦੋਖ ਨਿਕੰਦਨ। ਦੁਨੀਆ ਦੇ ਦੁੱਖਾਂ ਨੂੰ ਕੱਟਣ ਵਾਲੇ, ਜਿਨ੍ਹਾਂ ਦੀ ਪਾਵਨ ਕਥਾ ਮਹਿਮਾ ਸੁਣ ਕੇ ਅੰਦਰ ਸਕੂਨ ਆ ਜਾਂਦਾ ਹੈ, ਦੋਨੇ ਤਰਫਾਂ ਤੇ ਝੁਕ ਕੇ ਨਮਸਕਾਰ ਕਰਕੇ ਅੱਗੇ ਚੱਲ ਗਏ। ਭਾਈ ਬਾਲਾ ਜੀ ਕਹਿੰਦੇ ਮੈਂ ਵੀ ਮੱਥਾ ਟੇਕਿਆ, ਮਰਦਾਨਾ ਜੀ ਨੇ ਵੀ ਨਮਸਕਾਰ ਕੀਤੀ। ਵੀ ਐਸੀਆਂ ਬੰਦਗੀ ਵਾਲੀਆਂ ਰੂਹਾਂ ਵੀ ਬੈਠੀਆਂ ਇੱਥੇ, ਜੋ ਰੱਬ ਨੂੰ ਮਿਲ ਕੇ, ਜਿਨ੍ਹਾਂ ਅੰਦਰ ਮਾਣ ਕੋਈ ਨਹੀਂ, ਹੰਕਾਰ ਕੋਈ ਨਹੀਂ, ਹਉਮੈ ਕੋਈ ਨਹੀਂ, ਨਿਮਰਤਾ ਹੀ ਨਿਮਰਤਾ। ਕਹਿੰਦੇ ਨਮਸਕਾਰ ਕਰਕੇ ਅਸੀਂ ਪਰਬਤਾਂ ਦੀਆਂ ਸ਼੍ਰਿੰਖਲਾਂ ਤੇ ਅੱਗੇ ਗਏ, ਬਰਫ਼ ਦੀਆਂ ਚਾਦਰਾਂ ਤੇ ਬੜੀ ਦੂਰ ਤੱਕ ਤੁਰਦੇ ਰਹੇ। ਜਿਹੇ ਠਾਂ ਦੱਤਾਤਰੀ ਸੁਜਾਨਾ, ਹਾਥ ਆਮਲਕ ਆਤਮ ਗਿਆਨਾ। ਕਹਿੰਦੇ ਹੁਣ ਸਤਿਗੁਰੂ ਲੈ ਕੇ ਉਸ ਥਾਂ ਤੇ ਆਏ ਨੇ ਜਿੱਥੇ ਇੱਕ ਬ੍ਰਹਮ ਗਿਆਨੀ ਸਾਧੂ, ਜਿਨ੍ਹਾਂ ਦਾ ਨਾਮ ਹੈ ਦੱਤਾਤਰੇय। ਸਨਾਤਨ ਮੱਤ ਵਿੱਚ ਦੱਤਾਤਰੇय ਜੀ ਦੇ ਬਾਰੇ ਬੜਾ ਕੁਝ ਆਉਂਦਾ। ਇੱਕ ਉਹ ਰੱਬ ਦਾ ਪਿਆਰਾ, 4 ਵੇਦ ਜੀ ਦੀ ਮਹਿਮਾ ਗਾਉਂਦੇ ਆ। ਦੱਤਾਤਰੇय ਇੱਕ ਬ੍ਰਹਮ ਗਿਆਨੀ ਹੋਇਆ, ਪੂਰਨ ਬ੍ਰਹਮ ਗਿਆਨੀ ਕਹਿ ਲਓ, ਰੱਬ ਰੂਪ। ਗੁਰੂ ਨਾਨਕ ਸਾਹਿਬ ਕਹਿੰਦੇ ਚੱਲ ਮਰਦਾਨਿਆਂ, ਤੈਨੂੰ ਇੱਕ ਸਾਧੂ ਦੇ ਦਰਸ਼ਨ ਕਰਾਂਗੇ। ਇਹ ਉਹ ਪਰਬਤ ਨੇ ਜੋ ਅੱਜ ਕੱਲ੍ਹ ਤਿੱਬਤ ਵਿੱਚ ਪੈਂਦੇ ਆ, ਲੇਹ ਵਾਲੇ ਪਾਸੇ ਤੋਂ ਸ਼ੁਰੂ ਹੋ ਕੇ ਜਗਤ ਗੁਰੂ ਨਾਨਕ ਪਾਤਸ਼ਾਹ ਦੱਤਾਤਰੇय ਜੀ ਦੇ ਪਾਸ ਆ ਕੇ ਖੜ ਗਏ। ਰਸਨਾ ਤੋਂ ਆਖਦੇ ਨੇ ਸਤ ਕਰਤਾਰ, ਜਿਨ ਕੀਨੋ ਸਭ ਜਗ ਸੰਨਿਆਸ, ਭਾ ਬਿਰਕਤ ਬੋ ਫਿਰਿਓ ਉਦਾਸ। ਐਸੇ ਸਾਧੂ ਸੀ ਜਿਨ੍ਹਾਂ ਦਾ ਗਿਆਨ ਕਹਿੰਦੇ ਹੱਥ ਤੇ ਪਏ ਆਮਲੇ ਵਰਗਾ ਸੀ। ਬਿਰਕਤ ਸਾਧੂ, ਦੁਨੀਆ ਦਾ ਮੋਹ ਜਿੱਤ ਲਿਆ ਸੀ, ਕਿਸੇ ਦਾ ਲਾਲਚ ਨਹੀਂ ਕੀਤਾ, ਬੇਹੰਗਮ ਹੋ ਗਏ, ਬੇਪਰਵਾਹ ਹੋ ਗਏ। ਉਹ ਦੁਨੀਆ ਨੂੰ ਮਿੱਟੀ ਸਮਝਦੇ ਸੀ, ਕਹਿੰਦੇ ਕੁਛ ਵੀ ਨਹੀਂ, ਮੇਰਾ ਵਜੂਦ ਮਿੱਟੀ, ਮੈਂ ਮਿੱਟੀ, ਮੇਰੇ ਖਿਆਲ ਮਿੱਟੀ, ਕੁਦਰਤ ਮਿੱਟੀ, ਸੰਸਾਰ ਮਿੱਟੀ। ਕਹਿੰਦੇ ਇਸ ਮਿੱਟੀ ਵਿੱਚ ਖੁਸ਼ਬੂ ਬਣ ਕੇ ਕੇਵਲ ਉਹੀ ਵਰਤਦਾ। ਕੋ ਸਤਿਨਾਮ ਇਸ ਅਵਸਥਾ ਦੇ ਮਾਲਕ ਸਨ। ਜਿਨ ਤੂੰ ਸਾਜ ਸਵਾਰ ਸ਼ਿਗਾਰਿਆ, ਗਰਭ ਅਗਰ ਮੈਂ ਜਿਨ੍ਹੇ ਉਵਾਰਿਆ। ਇਹ ਜ਼ਿਕਰ ਕੀ ਹੈ? ਮਿੱਟੀ ਦਾ ਜ਼ਿਕਰ। ਜਿਹਨੇ ਤੈਨੂੰ ਸਾਜਿਆ, ਜਿਹਨੇ ਤੈਨੂੰ ਸਵਾਰਿਆ, ਹੈ ਤੇ ਮਿੱਟੀ ਹੈ ਨਾ। ਆ ਮਿੱਟੀ ਤੋਂ ਸਰੀਰ ਬਣਿਆ, ਮਿੱਟੀ 'ਚ ਹੀ ਸਮਾ ਜਾਣਾ, ਮਿੱਟੀ 'ਚ ਹੀ ਉਪਜੀਆਂ ਚੀਜ਼ਾਂ ਖਾਂਦੇ ਆ, ਵਰਤਦੇ ਆ, ਮਿੱਟੀ 'ਚੋਂ ਨਿਕਲੇ ਕੱਪੜੇ ਪਾ ਰਹੇ ਆ ਜੋ ਬੂਟਿਆਂ ਤੋਂ ਪੈਦਾ ਹੋ ਰਹੇ, ਕਾਟਨ ਤੋਂ, ਕਪਾਹ ਤੋਂ, ਹੈ ਤੇ ਮਿੱਟੀ ਆ ਨਾ ਸਾਰਾ ਕੁਝ। ਪਰ ਕਹਿੰਦੇ ਉਸ ਰੱਬ ਨੇ ਐਸਾ ਭਾਂਡਾ ਘੜ ਦਿੱਤਾ, ਛੇਤੀ ਟੁੱਟਦਾ ਨਹੀਂ ਕਿਸੇ ਤੋਂ, ਚੱਲ ਰਿਹਾ ਹੈ। ਜਿੱਦਣ ਉਹ ਭੰਨ ਦਿੰਦਾ ਏ, ਕਿਸੇ ਕੰਮ ਦਾ ਨਹੀਂ। ਦੱਤਾਤਰੇय ਜੀ ਨੇ ਇਸ ਦੁਨੀਆ ਨੂੰ ਨਾਸ਼ਵੰਤ ਤੇ ਫਾਨੀ ਜਾਣ ਕੇ ਇਹਦੀ ਪਰਵਾਹ
ਪਹਿਲੇ ਦਿਨ ਤੋਂ ਛੱਡ ਦਿੱਤੀ ਐ। ਬਿਨਸਤ ਚਤਰ ਗੁਰੂ ਜਿਨ ਕੀਨੇ, ਏਕ ਓੰਕਾਰ ਰੰਗ ਮਹਿ ਪੀਨੇ। ਹੁਣ ਦੱਤਾਤਰੇय ਦਾ ਜੀਵਨ ਮਹਾਨ ਕਿਉਂ ਸੀ? ਇਹ ਪਹਿਲਾ ਸਾਧੂ ਸੀ ਜਿਨੇ 24 ਅਵਤਾਰਾਂ ਨੂੰ ਆਪਣਾ ਗੁਰੂ ਧਾਰਨ ਕੀਤਾ। ਐਡੀ ਲੰਬੀ ਉਮਰ, ਜਿੰਨੇ ਅਵਤਾਰ, ਮੱਛ, ਕੱਛ, ਬਰਾ, ਨਰਸਿੰਘ, ਜਿੰਨੇ ਆਏ ਸਭ ਨੂੰ ਗੁਰੂ ਮੰਨਿਆ, ਸਭ ਨੂੰ ਆਪਣਾ ਗੁਰੂ ਬਣਾਇਆ। ਆਖਰਕਾਰ ਸਮਝ ਪਤਾ ਕੀ ਆਇਆ? ਵੀ 24 ਦੇ ਪੱਲੇ ਵੀ ਕੱਖ ਨਹੀਂ ਆ। ਸਦਾ ਨਾਮ ਇੱਕ ਨਿਰੰਕਾਰ ਹੀ ਵੱਡਾ ਹੈ। ਆ ਜਿੰਨੇ ਅਵਤਾਰ ਨੇ ਸਭ ਸਤਿਕਾਰਯੋਗ ਨੇ, ਪਰ ਇਹਨਾਂ ਦੀ ਕਲਾ ਉਨੀ ਕੀ ਜਿੰਨੀ ਕਿ ਦੇ ਕੇ ਭੇਜੀ ਹੋਈ। ਜਿੰਨਾ ਕੁ ਜੋ ਹੈ ਨਾ ਉਨਾ ਹੀ, ਉਹ ਤੋਂ ਜ਼ਿਆਦਾ ਕੁਛ ਨਹੀਂ। ਦੱਤਾਤਰੇय ਨੇ ਕਹਿੰਦੇ ਸਭ ਛੱਡ ਕੇ ਗਿਆਨ ਪ੍ਰਾਪਤ ਕਰ ਲਿਆ ਵੀ ਵਾਹਿਗੁਰੂ ਤੋਂ ਬਿਨਾਂ ਕੁਛ ਨਹੀਂ, ਪਰਮਾਤਮਾ ਤੋਂ ਬਿਨਾਂ ਇੱਥੇ ਕੱਖ ਵੀ ਨਹੀਂ। ਉਹਦੇ ਹੁਕਮ 'ਚ ਹੀ ਸਭ ਕੁਝ ਬਣਦਾ ਤੇ ਸਭ ਕੁਝ ਢੱਠਦਾ ਏ, ਕੇਵਲ ਉਹੀ ਸਭ ਤੋਂ ਵੱਡਾ ਏ। ਤ੍ਰਿਣ ਸਮ ਤੀਨ ਲੋਕ ਸੁਖ ਤਿਆਗਾ, ਸਦਾ ਬ੍ਰਹਮ ਸੁਖ ਸੋ ਅਨਰਾਗਾ। ਭਾਈ ਬਾਲਾ ਜੀ ਸੁਣਾ ਰਹੇ ਨੇ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੂੰ, ਕਹਿੰਦੇ 3 ਲੋਕਾਂ ਦੇ ਸੁੱਖ ਦੱਤਾਤਰੇय ਜੀ ਦੇ ਕੋਲ ਨੇ। ਮਾਤ ਲੋਕ, ਸਵਰਗ ਲੋਕ, ਪਤਾਲ ਲੋਕ, ਕਹਿੰਦੇ ਤਿੰਨਾਂ ਦੇ ਵੱਡੇ ਤੋਂ ਵੱਡੇ ਸੁੱਖ। ਮੈਂ ਕਹਿੰਦਾ ਸਾਡੇ ਕੋਲ ਆ ਦੁਨੀਆ ਦੇ ਸੁੱਖ ਦੀ ਗੱਲ ਛੱਡੋ, ਇੱਥੇ ਤੇ ਕਿਸੇ ਦੀ ਲਾਈਫ ਲਗਜ਼ਰੀ ਹੋ ਜਾਏ, ਕੋਈ VVIP ਬਣ ਜਾਏ, ਇੰਨੇ 'ਚ ਰੱਬ ਭੁੱਲ ਜਾਂਦਾ। ਤੇ ਜਿਹਦੇ ਕੋਲ 3 ਦੁਨੀਆ ਦੇ ਸੁੱਖ ਹੋਣ, ਸਵਰਗਾਂ ਵਿੱਚ ਜੇ ਜਾਂਦੇ ਦੱਤਾਤਰੇय ਤੇ ਰਾਜਾ ਇੰਦਰ ਆਪਣਾ ਤਖਤ ਛੱਡ ਦਿੰਦਾ। 33 ਕਰੋੜ ਦੇਵੀ ਦੇਵਤਿਆਂ ਦਾ ਮਾਲਕ, ਕਹਿੰਦਾ ਆਓ ਬ੍ਰਹਮ ਗਿਆਨੀ ਬੈਠੋ। ਪਤਾਲ ਲੋਕ ਜਾਂਦੇ, ਉਹ ਕਹਿੰਦੇ ਸਾਰੇ ਸੁੱਖ ਲੈ ਲਓ। ਇੰਨੀਆਂ ਅਥਾਰਟੀਆਂ ਉਹਨਾਂ ਕੋਲੇ, ਇੰਨੀਆਂ ਫੈਸਿਲਿਟੀਜ਼ ਨੇ ਉਹਨਾਂ ਕੋਲੇ, ਪਰ ਕਹਿੰਦੇ ਛੱਡੀਆਂ ਪਤਾ ਕਿਵੇਂ? ਜਿਵੇਂ ਆ ਘਾਹ ਤੋੜ ਕੇ ਆਪਾਂ ਕਈ ਵਾਰ ਚੱਬ ਚੁੱਬ ਕੇ ਸੁੱਟ ਦਈਦਾ ਨਾ, ਘਾਹ, ਗਰਾਸ, ਬਸ ਇੰਨਾ ਕੀ ਸਮਝਦੇ ਸੀ। 3 ਲੋਕਾਂ ਦੇ ਸੁੱਖ ਇੱਕ ਬ੍ਰਹਮ ਗਿਆਨੀ ਵਾਸਤੇ ਕਾਂ ਦੀ ਵਿਸਟਾ ਦੇ ਸਮਾਨ ਨੇ। ਜਿਹੜਾ ਬ੍ਰਹਮ ਗਿਆਨੀ ਹੈ, ਕੋਈ ਅੱਜ ਕੱਲ੍ਹ ਦੇ ਬ੍ਰਹਮ ਗਿਆਨੀ ਤੇ ਮਹਿੰਗੀ ਤੋਂ ਮਹਿੰਗੀ ਗੱਡੀ ਹਰ ਸਾਲ ਕਢਾਈ ਫਿਰਦੇ, ਤੁਸੀਂ ਬ੍ਰਹਮ ਗਿਆਨੀ ਮੰਨੀ ਫਿਰਦੇ। ਜਾਂ ਤੇ ਤੁਸੀਂ ਆਪਣੇ ਆਪ ਨੂੰ ਧੋਖੇ 'ਚ ਰੱਖੇ ਆ, ਜਾਂ ਫਿਰ ਬਾਣੀ ਨੂੰ ਕਦੇ ਪੜ੍ਹਿਆ ਹੀ ਨਹੀਂ। ਗੁਰਬਾਣੀ ਬ੍ਰਹਮ ਗਿਆਨੀ ਕਿਹਨੂੰ ਕਹਿੰਦੀ ਆ? ਦੱਤਾਤਰੇय 3 ਲੋਕਾਂ ਦੇ ਸੁੱਖਾਂ ਨੂੰ ਵਿਸਾਰੀ ਫਿਰਦੇ ਆ। ਭਗਤ ਰਵਿਦਾਸ ਬ੍ਰਹਮ ਗਿਆਨੀ ਸੀ, ਜੁੱਤੀਆਂ ਗੰਢਦੇ ਸੀ, ਕਦੇ ਮਾਣ ਨਹੀਂ ਕੀਤਾ। ਭਗਤ ਕਬੀਰ ਬ੍ਰਹਮ ਗਿਆਨੀ ਸਨ, ਖੱਡੀ ਦਾ ਤਾਣਾ ਬੁਣਦੇ ਸੀ, ਕਦੇ ਜੱਗ ਦੇ ਸੁੱਖਾਂ ਨੂੰ ਹੱਥ ਹੀ ਨਹੀਂ ਲਾਇਆ। ਉਹ ਕਹਿੰਦੇ ਇੱਥੇ ਬਿਖੂ ਸਮਾਨ ਨੇ, ਇੱਥੇ ਮਿੱਟੀ ਸਮਾਨ ਨੇ। ਦੱਤਾਤਰੇय ਜੀ ਨੇ ਕਹਿੰਦੇ ਘਾਹ ਦੇ ਵਾਂਗ 3 ਲੋਕਾਂ ਦੇ ਸੁੱਖਾਂ ਨੂੰ ਠੁੱਡ ਮਾਰਤਾ, ਕਦੀ ਅਪਣਾਇਆ ਹੀ ਨਹੀਂ। ਪਰਮ ਤਤ ਬੇਤਾ ਰਸ ਲੀਨਾ, ਮਹਾ ਮੁਨੀ ਗੁਣ ਗੁਣ ਹੈ ਪਰਬੀਨਾ। ਗੁਣ ਸਾਰੇ ਮੁਨੀਆਂ ਵਾਲੇ ਨੇ, ਸਾਧੂਆਂ ਵਾਲੇ ਨੇ। ਚੌਂਕੜੇ ਵਿੱਚ ਬੈਠੇ ਰਹਿੰਦੇ ਆ, ਕਦੇ ਲੰਮੇ ਪਏ ਰਹਿੰਦੇ ਆ, ਪਰ ਰਹਿੰਦੇ ਆਪਣੇ ਰਸ 'ਚ ਨੇ। ਅਸੀਂ ਤੇ ਕਥਾ ਸੁਣਦੇ ਵੀ ਸੌ ਜਾਂਦੇ ਆ, ਪਰ ਰੱਬ ਦੇ ਪਿਆਰੇ ਬ੍ਰਹਮ ਗਿਆਨੀ ਬੰਦਗੀ ਵਾਲੇ ਅੱਖ ਲੱਗੀ ਵਿੱਚ ਵੀ ਜਾਗਦੇ ਨੇ। ਆਖੋ ਸਤਿਨਾਮ, ਅੱਖ ਲੱਗੀ ਵਿੱਚ ਵੀ। ਹੁਣ ਦੱਤਾਤਰੇय ਜੀ ਦੇ ਅੰਦਰ ਪ੍ਰੇਮ ਹੈ, ਵੈਰਾਗ ਹੈ, ਪਿਆਰ 'ਚ ਭਿੱਜੇ ਰਹਿੰਦੇ ਆ, ਹਰ ਵੇਲੇ ਰੱਬ ਰੱਬ ਕਰਦੇ ਰਹਿੰਦੇ। ਕਰਨਾ ਨਹੀਂ ਪੈਂਦਾ, ਅੰਦਰੋਂ ਚੱਲਦਾ ਰੋਮ ਰੋਮ ਹਰ ਧਿਆਨ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਆਏ, ਸਤ ਕਰਤਾਰ ਆਖਿਆ ਨੇ, ਕਹਿੰਦੀ ਉਹਨਾਂ ਅੱਖ ਨਾ ਖੋਲੀ, ਧਰਤੀ ਤੇ ਲੰਮੇ ਪਏ ਨੇ। ਇਹ ਕੇ ਨਿਕਟ ਜਾਤ ਭੀ ਠਾਂਡੇ, ਸੋ ਪੁੰਡਿਓ ਔਰ ਆਨੰਦ ਬਾਂਡੇ। ਹੁਣ ਬਰਫਾਂ ਦੇ ਉੱਤੇ ਦੱਤਾਤਰੇय ਆਰਾਮ ਨਾਲ ਪਏ, ਬੇਪਰਵਾਹ, ਜਿਵੇਂ ਕੋਈ ਤਖਤ ਤੇ ਪਿਆ ਹੋਵੇ, ਨਾ ਕੋਈ ਚਾਦਰ, ਨਾ ਕੋਈ ਸਿਰਹਾਣਾ। ਸ੍ਰਿਸ਼ਟੀ ਦੇ ਮਾਲਕ ਗੁਰੂ ਨਾਨਕ ਸਾਹਿਬ ਆ ਕੇ ਨਾ ਪੈਰਾਂ ਵਾਲੇ ਪਾਸੇ ਖੜੇ ਹੋਏ। ਦੱਤਾਤਰੇय ਜੀ ਪੈਰਾਂ ਵਾਲੇ ਪਾਸੇ ਕਿਉਂ ਜੀ? ਕਿਉਂਕਿ ਬੰਦਗੀ ਵਾਲੀ ਰੂਹ ਹੈ, ਸਿਰ ਵਾਲੇ ਪਾਸੇ ਨਹੀਂ ਖੜਨਾ। ਨਾਮ ਜਪਣ ਵਾਲਿਆਂ ਨੂੰ, ਬੰਦਗੀ ਵਾਲਿਆਂ ਨੂੰ ਜਦ ਵੀ ਕਿਤੇ ਉਠਾਈਦਾ, ਪੈਰਾਂ ਤੋਂ ਉਠਾਈਦਾ, ਸਿਰ ਵਾਲੇ ਪਾਸੇ ਨਹੀਂ ਜਾਈਦਾ। ਗੁਰੂ ਨਾਨਕ ਆਪ ਰੱਬ ਹੋ ਕੇ, ਪਰਮਾਤਮਾ ਹੋ ਕੇ ਦੱਤਾਤਰੇय ਜੀ ਦੇ ਪੈਰਾਂ ਵਾਲੇ ਪਾਸੇ ਖੜ ਕੇ ਆਵਾਜ਼ ਮਾਰੀ, ਪਰ ਉਹ ਪਤਾ ਕਿੱਦਾਂ ਪਏ ਆ? ਇੱਕ ਗੋਡੇ ਤੇ ਪੈਰ ਰੱਖ ਕੇ, ਸਿਰ ਦੇ ਕੇ ਕਰਤਨ ਥੱਲੇ ਗਏ ਆਨੰਦ 'ਚ। ਇਹ ਕੀ ਹੈ? ਇਹ ਮੌਜ ਹੈ, ਮੌਜ। ਅੱਗੇ ਪੁਰਾਣੇ ਜ਼ਿਮੀਂਦਾਰ ਨਾ ਇਦਾਂ ਹੀ ਪੈਂਦੇ ਸੀ, ਖੇਤਾਂ 'ਚ ਪਏ ਹੋਣਾ, ਬਾਂਹ ਦੇ ਕੇ ਥੱਲੇ, ਗੋਡੇ ਤੇ ਪੈਰ ਰੱਖ ਕੇ। ਹੁਣ
ਬੈਡਾਂ ਤੇ ਪਏ ਆ ਸਰਾਣੇ ਨਾਲ, ਕਦੇ ਇੱਧਰ ਨੂੰ ਕਦੇ ਉੱਧਰ ਨੂੰ, ਕੋਈ ਕਥਾ 'ਚ ਸੁੱਤਾ ਹੈ, ਕੋਈ ਕੀਰਤਨ 'ਚ ਸੁੱਤਾ, ਆਹ ਹਾਲ ਹੈ। ਹੁਣ ਤੇ ਗੱਦਿਆਂ ਨੇ ਸਾਨੂੰ ਬਿਮਾਰ ਕੀਤਾ ਹੋਇਆ। ਪਰ ਉਸ ਵੇਲੇ ਜੋ ਇੱਦਾਂ ਪਿਆ ਨਾ, ਉਹ ਥੱਕਦਾ ਨਹੀਂ ਸੀ, ਸਕੂਨ 'ਚ ਹੁੰਦਾ ਸੀ। ਇਹ ਫਕੀਰਾਂ ਦੀ ਮੌਤ ਸੀ। ਦੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਚਰਨਾਂ ਵਾਲੇ ਪਾਸੇ ਖੜ ਗਏ ਆ ਕੇ, ਚਰਨਾਂ ਵਾਲੇ ਪਾਸੇ। ਪਰ ਦੱਤਾਤਰੇ ਨੇ ਅੱਖ ਨਹੀਂ ਖੋਲ੍ਹੀ। ਹੁਣ ਇਹ ਵੇਖੋ ਵੀ ਜਿਸ ਸੱਜਣ ਨੇ ਆਪਣੇ ਗੋਡੇ ਤੇ ਪੈਰ ਰੱਖਿਆ ਹੋਇਆ ਉਹ ਸੁੱਤਾ ਨਹੀਂ, ਕਿਉਂਕਿ ਜੇ ਉਹ ਸੌ ਗਿਆ ਪੈਰ ਧਰਤੀ ਨਾਲ ਵੱਜੂ। ਗੋਡੇ ਖੜੇ ਕਰਕੇ ਕਦੇ ਨੀਂਦ ਆਈ? ਕਦੇ ਐਕਸਪੈਰੀਮੈਂਟ ਕਰਕੇ ਵੇਖਿਓ, ਨਹੀਂ ਆਉਂਦੀ। ਜਦ ਵੀ ਕੋਈ ਭੂਖ ਸੁੱਤਾ ਹੋਏਗਾ, ਭਾਵੇਂ ਬੈਠਾ ਸੋਵੇ, ਲੰਮਾ ਪਿਆ ਸੋਵੇ, ਸਰੀਰ ਡਿੱਗੇਗਾ ਇੱਕ ਪਾਸੇ। ਨੀਂਦ ਦੀ ਨਿਸ਼ਾਨੀ ਹੈ। ਗੋਡੇ ਖੜੇ ਹੋਣਗੇ ਤੇ ਡਿੱਗ ਜਾਣਗੇ। ਤੁਸੀਂ ਬੱਸ 'ਚ ਬੈਠੇ ਹੋ, ਨੀਂਦ ਆਈ ਹੈ, ਝੋਕਾ ਲੱਗਦਾ, ਬੈਲਟ ਖਿੱਚ ਲੈਂਦੀ ਹੈ, ਪਰ ਡਿੱਗਦੇ ਹੋ। ਨੀਂਦ ਸਲੀਪ ਉਲਟਾਉਂਦੀ ਹੈ। ਪਰ ਦੱਤਾਤਰੇ ਲੱਗਦਾ ਇੱਦਾਂ ਜਿਵੇਂ ਸੁੱਤਾ ਪਿਆ, ਗੋਡੇ ਤੇ ਪੈਰ ਰੱਖਿਆ ਹੋਇਆ, ਆਰਾਮ ਨਾਲ ਪਿਆ। ਕਹਿੰਦੀ ਆਵਾਜ਼ ਆਉਂਦੀ ਜਿਵੇਂ ਸਰਾਟੇ ਤੇ ਕਰਾਟੇ ਵੱਜਦੇ ਹੋਣ, ਕਿਤੇ ਘਰਾੜੇ ਵੱਜਦੇ ਹੋ। ਇਹ ਕੀ ਸੀ? ਉਹ ਘਰਾੜਿਆਂ ਦੀ ਆਵਾਜ਼ ਨਹੀਂ, ਇੱਕ ਰੱਬ ਦੇ ਨਾਮ ਦੀ ਆਵਾਜ਼ ਸੀ ਜੋ ਅੰਦਰੋਂ ਚੱਲ ਰਹੀ ਹੈ। ਮੱਤ ਕਿਤੇ ਭੁਲੇਖਾ ਖਾ ਲਿਓ ਹੁਣ ਵੀ ਭਾਈ ਸਾਹਿਬ ਨੇ ਦੱਸਿਆ ਵੀ ਘਰਾੜੇ ਵਾਲੇ ਬੰਦਗੀ ਕਰਦੇ ਆ, ਵੀ ਲੈ ਆਓ ਭਾਈ ਸਾਹਿਬ ਜਿਹੜਾ ਪਿਆ ਨਾ ਘਰਾੜੇ ਮਾਰਦਾ, ਰੋਮ ਰੋਮ ਸਿਮਰਨ ਚੱਲਦਾ। ਇਹੋ ਜਿਹਾ ਕੁਛ ਨਹੀਂ। ਇਹਦੀ ਅਵਸਥਾ ਦੀ ਗੱਲ ਆ ਬ੍ਰਹਮ ਗਿਆਨੀਆਂ ਦੀ, ਕਿਉਂਕਿ ਦੱਤਾਤਰੇ ਸਾਹ ਇੱਕ ਲੈਂਦੇ ਆ, ਕਿੰਨੇ ਕਿੰਨੇ ਘੰਟੇ ਸਾਹ ਹੀ ਨਹੀਂ ਛੱਡਦੇ। ਜਦ ਛੱਡਦੇ ਆ ਆਵਾਜ਼ ਆਉਂਦੀ ਹੈ ਜਿਵੇਂ ਘਰਾੜਾ ਵੱਜਦਾ ਹੋਵੇ। ਉਹ 'ਚ ਰੋਮ ਰੋਮ ਬੰਦਗੀ ਸੀ। ਗੁਰੂ ਨਾਨਕ ਸਾਹਿਬ ਖੜੇ ਰਹੇ ਬੜੀ ਦੇਰ ਤੱਕ। ਦੱਤਾਤਰੇ ਨੇ ਅੱਖ ਨਾ ਖੋਲੀ, ਬਸ ਮੱਥੇ ਤੇ ਬਾਂਹ ਰੱਖੀ ਹੈ ਆਪਣੇ ਆਨੰਦ 'ਚ। ਭਾਈ ਮਰਦਾਨਾ ਕਹਿੰਦਾ ਬਾਬਾ ਇਹ ਕੌਣ ਹੈ ਜਿਹੜਾ ਸਾਡੇ ਆਇਆ ਉੱਠਿਆ ਹੀ ਨਹੀਂ? ਲੋਚਨ ਮੁੰਦਰਤ ਦੂਸ਼ਣ ਥਾਨੇ, ਅੰਤਰ ਰਸ ਕੋ ਰਸਕ ਗਿਆਨੀ। ਪਾਤਸ਼ਾਹ ਇਹ ਕੌਣ ਹੈ ਜਿਹਨੇ ਅੱਖ ਹੀ ਨਹੀਂ ਖੋਲੀ? ਤੁਸੀਂ ਸਤ ਕਰਤਾਰ ਵੀ ਕਹਿਤਾ, ਆਵਾਜ਼ ਵੀ ਮਾਰਤੀ, ਬੇਪਰਵਾਹ ਹੋਇਆ ਪਿਆ। ਇਹ ਕੋਈ ਲੱਗਦਾ ਕਿਸੇ ਰਸ 'ਚ ਹੀ ਭਿੱਜਿਆ, ਘੂਕ ਸੁੱਤਾ। ਭਾਈ ਮਰਦਾਨਾ ਕਹਿੰਦਾ ਬਾਬਾ ਲੱਗਦਾ ਤੇ ਇਦਾਂ ਹੀ ਹੈ। ਹੁਣ ਆਪਾਂ ਕਈ ਵਾਰ ਸੁੱਤੇ ਹੁੰਦੇ ਹਾਂ, ਸਾਡੇ ਸਰਾਣੇ ਭਾਵੇਂ ਕੋਈ ਢੋਲ ਵਜਾਈ ਜਾਏ, ਸਾਨੂੰ ਪਤਾ ਹੀ ਨਹੀਂ ਲੱਗਦਾ। ਤੇ ਜੇ ਸਾਨੂੰ ਨੀਂਦ ਨਾ ਆਵੇ, ਅਸੀਂ ਉੱਦਾਂ ਹੀ ਕਹੀ ਜਾਣਾ ਅੱਜ ਮੈਨੂੰ ਨੀਂਦ ਨਹੀਂ ਆਈ, ਅੱਜ ਮੈਨੂੰ ਫਲਾਣੇ ਨੇ ਸੌਣ ਨਹੀਂ ਦਿੱਤਾ, ਫਲਾਣੇ ਨੇ ਸੌਣ ਨਹੀਂ ਦਿੱਤਾ। ਤੂੰ ਸੌਣਾ ਹੀ ਨਹੀਂ ਸੀ ਚਾਹੁੰਦਾ। ਸਤਿਨਾਮ, ਕਸੂਰ ਕਿਸੇ ਦਾ ਕੀ ਹੈ? ਜੇ ਤੈਨੂੰ ਨੀਂਦ ਆ ਗਈ ਨਾ, ਤੂੰ ਸੌਣਾ ਚਾਹੁੰਦਾ ਹੋਇਆ, ਉਹ ਕੰਡਿਆਂ ਦੀ ਸੇਜ ਤੇ ਵੀ ਸੌਂ ਜਾਏਗਾ, ਕੰਚ ਤੇ ਵੀ ਸੌਂ ਜਾਏਗਾ, ਸੂਲੀ ਤੇ ਵੀ ਨੀਂਦ ਆ ਜਾਂਦੀ ਹੈ ਜੇ ਨੀਂਦ ਆ ਜੇ। ਤੇ ਨੀਂਦ ਸਾਨੂੰ ਆਪ ਨਹੀਂ ਆਉਂਦੀ, ਅਸੀਂ ਉਲਾਂਭਾ ਕੀਤੇ। ਉਹ ਯਾਰ ਸਾਰੀ ਰਾਤ ਕੁੱਤੇ ਭੌਂਕਦੇ ਆ, ਫਲਾਣਾ ਖੜ ਕੇ ਕਰਦਾ ਰਿਹਾ। ਪਰ ਇੱਕ ਉਹ ਵੀ ਹੁੰਦਾ ਹੈ, ਉਹਦੇ ਸਰਾਣੇ ਢੋਲ ਵਜਾਈ ਚੱਲੋ, ਉਹਦਾ ਸਮਾਨ ਚੁੱਕ ਕੇ ਲੈ ਜਾਓ, ਉਹਨੂੰ ਪਤਾ ਹੀ ਨਹੀਂ ਮੈਂ ਕਿੱਥੇ ਪਿਆ। ਨੀਂਦ ਆ ਕੰਡਿਆਂ ਤੇ ਵੀ ਆਉਂਦੀ। ਦੱਤਾਤਰੇ ਜੀ ਦੇ ਕੋਲ ਸਤਿਗੁਰੂ ਖੜੇ ਆ। ਭਾਈ ਮਰਦਾਨਾ ਕਹਿੰਦੇ ਬਾਬਾ ਇਹ ਕਿਹੜੇ ਨੀਂਦ ਦੇ ਰਸ 'ਚ ਪਿਆ ਜਿਹਨੂੰ ਆਏ ਗਏ ਦਾ ਪਤਾ ਹੀ ਨਹੀਂ ਲੱਗਦਾ? ਇਹ ਬਿਲੋਕ ਬੋਲਿਓ ਮਰਦਾਨਾ, ਹੇ ਪ੍ਰਭ ਓਡਾ ਕੌਣ ਮਹਾਨਾ। ਭਾਈ ਮਰਦਾਨਾ ਕਹਿੰਦੇ ਬਾਬਾ ਜੀ ਇਹਨਾਂ ਬਾਰੇ ਜਰਾ ਦੱਸ ਹੀ ਦਿਓ। ਤੁਸੀਂ ਕਹਿੰਦੇ ਬੰਦਗੀ ਵਾਲੀ ਰੂਹ ਹੈ, ਕੋਈ ਇਹ ਸੁੱਤਾ ਪਿਆ, ਮਾੜਾ ਜਿਹਾ ਦੱਸੋ ਇਹਨਾਂ ਬਾਰੇ। ਮਹਾਰਾਜ ਕਹਿੰਦੇ ਮਰਦਾਨਿਆ ਬੜਾ ਭੋਲਾ ਤੂੰ, ਕਈ ਵਾਰ ਨਾ ਬਾਹਰ ਦਾ ਵੇਖ ਕੇ ਹਿਸਾਬ ਕਿਤਾਬ ਸੋਚ ਲੈਣਾ ਵੀ ਇਹੋ ਜਿਹੀ ਹੋਣਾ। ਮਾਫ ਕਰਿਓ, ਤੁਹਾਡੇ ਕੋਲ ਕੋਈ ਐਸਾ ਥਰਮਾਮੀਟਰ ਨਹੀਂ ਤੁਸੀਂ ਕਿਸੇ ਦੀ ਅਵਸਥਾ ਜਾਣ ਸਕੋ ਵੀ ਕਿੰਨੀ ਕੁ ਬੰਦਗੀ ਕਰਦਾ ਹੈ, ਕੌਣ ਕਿੰਨਾ ਕੁ ਸੱਚ ਬੋਲਦਾ ਹੈ ਕਿਸੇ ਕੋਲ ਮੀਟਰ? ਲੱਖ ਸਾਇੰਸ ਨੇ ਮਸ਼ੀਨਾਂ ਬਣਾਈਆਂ, ਉਹ ਧੜਕਣ ਤੋਂ ਪਤਾ ਕਰਦੇ ਵੀ ਸੱਚ ਬੋਲਦਾ ਝੂਠ ਬੋਲਦਾ ਹੈ। ਇਹ ਤੇ ਬੰਦਾ ਵੈਸੇ ਵੀ ਡਰ ਜਾਂਦਾ ਕਈ ਵਾਰ ਵੀ ਮੇਰੇ ਨਾਲ ਕੀ ਹੋਣ ਲੱਗਾ। ਕੋਈ ਇਹੋ ਜਿਹੀ ਮਸ਼ੀਨ ਨਹੀਂ ਜੋ ਤੁਹਾਡਾ ਸੱਚ ਦੱਸ ਸਕੇ, ਤੁਹਾਡਾ ਝੂਠ ਦੱਸ ਸਕੇ, ਤੁਹਾਡੇ ਖਿਆਲਾਂ ਬਾਰੇ ਦੱਸ ਸਕੇ। ਤੁਸੀਂ ਕੀ ਕਰਦੇ ਹੋ? ਕਈ ਵਾਰ ਲੋਕੀ ਬਾਹਰੋਂ ਸਿੱਧੇ ਸਾਦੇ ਹੁੰਦੇ ਆ, ਏਦਾਂ ਲੱਗਦਾ ਕੋਈ ਮੰਗਤਾ ਤੁਰਿਆ ਫਿਰਦਾ, ਪਰ ਅਸਲ ਵਿੱਚ ਉਹ ਰੱਬ ਨਾਲ ਇੰਨੇ ਰੰਗੇ ਹੁੰਦੇ ਆ ਵੀ ਉਹਨਾਂ ਦੀ ਰਸਨਾ ਤੇ ਰੱਬ ਵਸਦਾ ਹੁੰਦਾ। ਤੇ ਕਈ ਵਾਰ ਮੇਰੇ ਵਰਗੇ ਰੰਗ ਬਰੰਗੇ ਕੱਪੜੇ ਪਾਈ ਫਿਰਦੇ ਹੁੰਦੇ ਆ, ਤੇ ਰੱਬ ਕਦੇ ਸੁਪਨੇ 'ਚ ਵੀ ਨਹੀਂ ਹੁੰਦਾ। ਕੱਪੜੇ ਮੈਟਰ ਨਹੀਂ ਕਰਦੇ, ਲਿਬਾਸ ਮੈਟਰ ਨਹੀਂ ਕਰਦਾ। ਬੰਦਗੀ ਕਿਹਦੀ ਕਿੰਨੀ ਹੈ ਇਹ ਜਾਂ ਕਰਨ ਵਾਲਾ ਜਾਣਦਾ ਹੈ ਤੇ ਜਾਂ ਉਹ ਰੱਬ ਜਾਣਦਾ। ਸਤਿਨਾਮ। ਤੁਸੀਂ ਕਿਸੇ ਨੂੰ ਨਹੀਂ ਕਹਿ ਸਕਦੇ ਕੌਣ ਨਿਤਨੇਮ ਕਰਦਾ ਕੌਣ ਨਹੀਂ ਕਰਦਾ। ਕੀ ਪਤਾ ਉਹਨੂੰ ਕੰਠ ਹੋਵੇ, ਤੁਰਦਾ ਫਿਰਦਾ ਵੀ ਕਰ ਲੈਂਦਾ ਹੋਵੇ। ਹੋ ਸਕਦਾ ਰਾਤ ਸਾਰੀ ਰਾਤ ਸੁੱਤਾ ਹੀ ਨਾ ਹੋਵੇ, ਸਿਮਰਨ ਕਰਦਾ ਹੋਵੇ ਤੇ ਸਵੇਰੇ ਸੌਂ ਗਿਆ ਹੋਵੇ। ਸਾਨੂੰ ਨਹੀਂ ਨਾ ਪਤਾ ਕਿਸੇ ਦਾ ਕੌਣ ਕੀ ਕਰਦਾ ਹੈ।
ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮਰਦਾਨਿਆ ਤੂੰ ਦੱਸ ਇਹ ਕੌਣ ਹੈ? ਕਹਿੰਦੇ ਬਾਬਾ ਮੇਰੇ ਹਿਸਾਬ ਨਾਲ ਤੇ ਨਾ ਇਹ ਬੇਪਰਵਾਹ ਹੋਇਆ ਸੁੱਤਾ ਹੈ, ਇਹ ਕੋਈ ਸੁੱਤਾ ਪਿਆ ਪਰਬਤਾਂ ਤੇ ਹੈ, ਕੋਈ ਰਿਸ਼ੀ ਮੁਨੀ ਜਾਪਦਾ ਏ। ਵੱਡ ਉਨਮਤ ਦੇਹ ਜੇ ਭਾਰੀ ਪਰਿਓ ਅਡੋਲ ਮਸਟ ਮੁਖ ਧਾਰੀ। ਹੁਣ ਇਹਦਾ ਸਰੀਰ ਵੇਖ ਕੇ ਭਾਈ ਮਰਦਾਨੇ ਦੀਆਂ ਅੰਦਾਜ਼ਾ ਲਾਇਆ, ਬਹੁਤ ਵੱਡਾ ਢਿੱਡ, ਜਿੰਨਾ ਵੱਡਾ ਕਹਿ ਲੋ। ਹੁਣ ਆਪਣੇ ਵੱਲ ਨਾ ਵੇਖਿਓ ਵੀ ਅਸੀਂ ਵੀ ਬ੍ਰਹਮ ਗਿਆਨੀ ਆ, ਸਾਡੇ ਢਿੱਡ ਵੱਡੇ ਆ। ਇਹ ਬਿਮਾਰੀ ਹੈ, ਜਿਹੜੇ ਆ ਢਿੱਡ ਗੋਗੜਾਂ ਕੱਢੀ ਫਿਰਦੇ ਆ ਨਾ, ਇਹ ਤੰਦਰੁਸਤੀ ਨਹੀਂ ਹੈ। ਬਿਮਾਰ ਬੰਦਾ ਜਿੱਥੇ ਬੈਠੂ ਉੱਥੇ ਢੇਰ ਹੋ ਜੂ, ਉੱਥੇ ਹੀ ਸੌਂ। ਬੱਸ 'ਚ ਬੈਠਾ ਬੱਸ 'ਚ ਸੌਂ, ਜਹਾਜ਼ 'ਚ ਬੈਠਾ ਜਹਾਜ਼ ਤੇ ਸੌਂ, ਲੰਗਰ 'ਚ ਬੈਠਾ ਉੱਥੇ ਝੜਾਕੇ ਮਾਰੂ, ਜਿੱਥੇ ਜਾਊ ਨੀਂਦ। ਪਰ ਇਹ ਨਹੀਂ ਸੀ ਸੁੱਤਾ, ਢਿੱਡ ਕੱਢਿਆ। ਭਾਈ ਮਰਦਾਨਾ ਦੇਖ ਕੇ ਅਸੀਂ ਕਹਿੰਦੇ ਬਾਬਾ ਐਡਾ ਵੱਡਾ ਢਿੱਡਾ ਕਬਤਾਲ ਆ ਇਹਦਾ। ਹੱਸੇ ਤੇ ਕੱਪੜਾ ਲੈ ਕੇ ਗੁਰੂ ਸਾਹਿਬ ਕਹਿੰਦੇ ਹੱਸ ਨਾ, ਇਹ ਬ੍ਰਹਮ ਗਿਆਨੀ ਹੈ। ਕਹਿੰਦੇ ਬਾਬਾ ਜੇ ਇਹੋ ਜਿਹੇ ਬ੍ਰਹਮ ਗਿਆਨੀ ਹੁੰਦੇ ਤੇ ਮੈਨੂੰ ਬਚਾਈਆਂ ਸਤਨਾਮ, ਐਡੇ ਢਿੱਡ ਵਾਲੇ ਬ੍ਰਹਮ ਗਿਆਨੀ। ਆਹ ਕਥਾ ਸੁਣਾ ਕੇ ਨਾ ਦੱਤਾਤਰੇय ਦੀ ਕਈ ਅੱਜ ਕੱਲ੍ਹ ਦੇ ਪਖੰਡੀ ਆਪਣੇ ਆਪ ਨੂੰ ਬ੍ਰਹਮ ਗਿਆਨੀ ਸਾਬਤ ਕਰਦੇ ਆ ਵੀ ਸਾਡੇ ਬਾਬਾ ਜੀ ਦਾ ਢਿੱਡ ਨਾ ਵੇਖੋ, ਬ੍ਰਹਮ ਗਿਆਨ ਵੇਖੋ, ਬ੍ਰਹਮ ਗਿਆਨ ਵੇਖੋ। ਗੁਰੂ ਸਾਹਿਬ ਹੱਸੀ ਜਾਣ ਕਹਿੰਦੇ ਮਰਦਾਨਿਆ ਨਹੀਂ, ਢਿੱਡ ਨਾ ਵੇਖ। ਕਹਿੰਦੇ ਬਾਬਾ ਏਡਾ ਵੱਡਾ ਢਿੱਡ ਤਾਂ ਘਰਾੜੇ ਮਾਰਦਾ ਸੁੱਤਾ ਪਿਆ ਬੇਪਰਵਾਹੀ ਨੂੰ ਪਤਾ ਹੀ ਨਹੀਂ ਲੱਗਦਾ, 3 ਬੰਦੇ ਕੋਲੇ ਖੜੇ ਆ। ਮਰਦ ਕਹਿੰਦੇ ਆਵਾਜ਼ ਮਾਰੇ। ਕਹਿੰਦੇ ਜੇ ਮਰਦਾਨਿਆ ਤੈਨੂੰ ਦੱਸਤਾ ਤੈਨੂੰ ਯਕੀਨ ਨਹੀਂ ਹੋਣਾ। ਕਹਿੰਦੇ ਨਹੀਂ ਪਾਤਸ਼ਾਹ ਇਹ ਤਾਂ ਸੁਸਤ ਹੈ, ਆਪਾਂ ਉਹ ਉੱਚੀ ਉੱਚੀ ਬੋਲਦੇ ਆ, ਇਹਨੂੰ ਕੁਝ ਨਹੀਂ ਸੁਣਦਾ। ਇਸ ਬੁਲਾਏ ਕੇ ਬੋਲ ਸੁਨੀਜੇ ਬੋਹਰੋ ਆਪਨੋ ਗਿਆਨ ਪਨੀਜੈ। ਸਤਿਗੁਰ ਕਹਿੰਦੇ ਮਰਦਾਨਿਆ ਤੂੰ ਮਾਰ ਆਵਾਜ਼ ਇਹਨੂੰ। ਫਿਰ ਭਾਈ ਮਰਦਾਨਾ ਖਿੱਚ ਕੇ ਕਹਿੰਦਾ ਓਏ ਢਿੱਡੜਾ ਜਿਹਾ ਉੱਠ, ਉਹ ਫਕੀਰਾ ਤੈਨੂੰ ਨਹੀਂ ਪਤਾ ਰੱਬ ਆਇਆ। ਫਕੀਰ ਨੂੰ ਫੜ ਕੇ ਕੋਈ ਆਪਣੇ ਆਨੰਦ 'ਚ ਪਿਆ, ਕੋਈ ਪਤਾ ਨਹੀਂ ਕੌਣ ਆਇਆ ਕੌਣ ਗਿਆ। ਇਹਨੂੰ ਕਹਿੰਦੇ ਰਸ, ਇਹ ਹੈ ਆਨੰਦ। ਅੱਕ ਕੇ ਪਤਾ ਭਾਈ ਮਰਦਾਨਾ ਕਹਿੰਦਾ ਬਾਬਾ ਤੁਸੀਂ ਆਵਾਜ਼ ਮਾਰੋ, ਇਹਨੂੰ ਮਾੜਾ ਮੋਟਾ ਗਿਆਨ ਤਾਂ ਦੇ ਦਿਓ, ਅਕਲ ਤੇ ਸਿਖਾ ਦਿਓ, ਇਹਨੂੰ ਸਮਝ ਦੇ ਦਿਓ। ਭਾਈ ਮਰਦਾਨਾ ਕਹਿੰਦੇ ਬਾਬਾ ਤੁਸੀਂ ਕਹਿੰਦੇ ਬ੍ਰਹਮ ਗਿਆਨੀ ਆ, ਇਹਨੂੰ ਤੇ ਆਏ ਗਏ ਦੀ ਇੱਜ਼ਤ ਕਰਨ ਦਾ ਨਹੀਂ ਪਤਾ। ਇਹ ਜੋਜ ਨੇ ਗੁਰੂ ਪਾਤਸ਼ਾਹ ਨੇ। ਭਾਈ ਮਰਦਾਨਾ ਕਹਿੰਦਾ ਬਾਬਾ ਇਹਨੂੰ ਬਾਣੀ ਉਚਾਰ ਕੇ ਕੋਈ ਮੱਤ ਸਿਖਾ ਦਿਓ। ਸ੍ਰੀ ਗੁਰੂ ਕਹੇ ਸੁਣੋ ਮਰਦਾਨਾ, ਇਹ ਹੈ ਦਿੱਤਾ ਤ੍ਰੇ ਮਹਾਨਾ। ਸਤਿਗੁਰਾਂ ਇਸ਼ਾਰਾ ਕੀਤਾ ਮਰਦਾਨਿਆ ਹੱਸਣਾ, ਇਹ ਪੂਰਨ ਬ੍ਰਹਮ ਗਿਆਨੀ ਰੱਬ ਰੂਪ ਮਹਾਪੁਰਖ ਦੱਤਾਤਰੇय ਹਨ। ਭਾਈ ਮਰਦਾਨਾ ਸੁਣ ਕੇ ਮਰਦ ਵੱਲ ਵੇਖੇ, ਦੱਤਾਤਰੇय ਉਹ ਕਿਉਂ? ਕਿਉਂਕਿ ਦੱਤਾਤਰੇय ਜੀ ਨਾ ਵੇਦਾਂ ਗ੍ਰੰਥਾਂ ਦੇ ਵਿੱਚ ਇਹਨਾਂ ਦਾ ਨਾਮ ਆਮ ਆਉਂਦਾ ਹੈ। ਇੱਕ ਉਹ ਸਾਧੂ ਸੀ ਜਿਹਨੂੰ ਕਿਸੇ ਦੀ ਪਰਵਾਹ ਨਹੀਂ ਸੀ, ਬੇਪਰਵਾਹ ਰੱਬ ਰੂਪ ਸੀ ਦੱਤਾਤਰੇय। ਰੱਬ ਕਹਿ ਲਓ ਕੋਈ ਫਰਕ ਨਹੀਂ ਹੈ। ਗੁਰੂ ਸਾਹਿਬ ਆਏ ਉਹਨਾਂ ਦੀ ਵੀ ਪਰਵਾਹ ਨਹੀਂ, ਆਨੰਦ 'ਚ ਪਿਆ ਸੀ। ਭਾਈ ਮਰਦਾਨੇ ਨੇ ਸੁਣਿਆ, ਕਹਿੰਦੇ ਬਾਬਾ ਇਹ ਦੱਤਾਤਰੇय ਹੈ। ਮਹਾਰਾਜ ਕਹਿੰਦੇ ਹਾਂ ਇਹ ਉਹ ਸਾਧੂ ਹੈ ਜੋ ਸਤਯੁਗ ਤੋਂ ਲੈ ਕੇ ਕਲਯੁਗ ਤੱਕ ਅੱਜ ਵੀ ਜਿਉਂਦਾ ਬੈਠਾ। ਆਖੋ ਸਤਨਾਮ। ਅੱਜ ਵੀ, ਕਿਉਂਕਿ ਦੱਤਾਤਰੇय ਜੀ ਨਰਸਿੰਘ ਨੂੰ ਵੀ ਮਿਲੇ ਆ, 52 ਜਿਹੜਾ ਰੂਪ ਹੋਇਆ ਰੱਬ ਦਾ ਉਹਨੂੰ ਵੀ ਮਿਲੇ ਆ। ਜਿਹੜੇ 24 ਦੇ 24 ਅਵਤਾਰ ਨੇ, ਹੁਣ ਵੇਖ ਲਓ ਜੀ ਕਿੰਨੀ ਲੰਬੀ ਉਮਰ ਹੋਣੀ, ਲੱਖਾਂ ਸਾਲ। ਭਾਈ ਮਰਦਾਨਾ ਇੱਕਦਮ ਨਾ ਪੈਰਾਂ ਭਾਰ ਬੈਠ ਗਿਆ ਉੱਥੇ ਹੀ, ਪੈਰਾਂ ਵਾਲੇ ਪਾਸੇ ਉਹਦੇ ਚਰਨਾਂ ਵਾਲੇ ਪਾਸੇ ਵੀ ਇਹ ਦੱਤਾਤਰੇय ਨੇ। ਮੈਂ ਤੇ ਵੇਸ ਭੂਸ਼ਾ ਵੇਖ ਹੱਸੀ ਗਿਆ ਵੀ ਢਿੱਡ ਐਡਾ ਵੱਡਾ, ਐਡੀ ਉੱਚੀ ਉੱਚੀ ਘਰਾੜੇ ਮਾਰਦੇ ਆ, ਇਹ ਬੇਫਿਕਰ ਹੋਇਆ ਸੁੱਤਾ ਪਿਆ, ਇਹਨੂੰ ਪਤਾ ਹੀ ਨਹੀਂ ਕੌਣ ਆਇਆ ਕੌਣ ਗਿਆ। ਸਤਿਗੁਰ ਕਹਿੰਦੇ ਉਹ ਸਾਧੂ ਹੈ ਜੋ ਰੱਬ ਨੂੰ ਮਿਲਣ ਦੇ ਵਾਸਤੇ ਕਈ ਯੁੱਗਾਂ ਤੋਂ ਜਿਉਂਦਾ ਫਿਰਦਾ ਏ। ਜਗ ਮੇ ਭਇਓ ਵੱਡਾ ਵਤੂਤਾ, ਸਦਾ ਸਥਿਰ ਜਿਹ ਕੀ ਮਤ ਪੂਤਾ। ਸਤਿਗੁਰੂ ਬੈਠ ਕੇ ਨਾ ਉਸੇ ਥਾਂ ਤੇ ਉਹਦੇ ਪੈਰਾਂ ਵਾਲੇ ਪਾਸੇ ਚਰਨ ਵਾਲੇ, ਦੇਖੋ ਕਿੰਨਾ ਸਤਿਕਾਰ ਗੁਰੂ ਸਾਹਿਬ ਕਰਦੇ ਆ ਬੰਦਗੀ ਵਾਲਿਆਂ ਦਾ। ਕਹਿੰਦੇ ਮਰਦਾਨੇ ਆ ਇਹ ਅਵਧੂਤ ਹੈ। ਅਵਧੂਤ ਕਿਹਨੂੰ ਕਹਿੰਦੇ ਆ? ਜਿਹਨੇ 3 ਤਰ੍ਹਾਂ ਦੀ ਮਾਇਆ ਨੂੰ ਕਦੇ ਨੇੜੇ ਖਹਿਣ ਨਹੀਂ ਦਿੱਤਾ, ਨੇੜੇ ਭਟਕਣ ਨਹੀਂ ਦਿੱਤਾ। ਰਾਜਗੁਣ, ਤਮਗੁਣ, ਸਤਗੁਣ, ਇਹ 3 ਤਰ੍ਹਾਂ ਦੀ ਮਾਇਆ ਹੈ। ਸਤਿਗੁਰੂ ਕਹਿੰਦੇ ਇਹਦੇ ਨੇੜੇ ਨਹੀਂ ਆਈ ਕਦੇ, ਇਹਨੇ ਆਉਣੀ ਨਹੀਂ ਦਿੱਤਾ ਕਦੇ।
ਇਹ ਰੱਬ ਦੇ ਰੰਗ 'ਚ ਰਹਿੰਦਾ ਹੈ, ਰੱਬ ਦੇ ਪਿਆਰ 'ਚ ਰਹਿੰਦਾ ਹੈ, ਕਿਸੇ ਤੋਂ ਡਰਦਾ ਨਹੀਂ, ਨਾ ਕਿਸੇ ਨੂੰ ਡਰਾਉਂਦਾ ਏ। ਸਦਾ ਬਦੇਹੀ ਰਹਿਤ ਅਡੋਲਾ, ਪਾਇਓ ਆਤਮ ਆਨੰਦ ਅਤੋਲਾ। ਗੁਰੂ ਸਾਹਿਬ ਨੇ ਫਿਰ ਭਾਈ ਮਰਦਾਨੇ ਦਾ ਵਹਿਮ ਕੱਢਿਆ ਉਸ ਵੇਲੇ, ਕਹਿੰਦੇ ਸਰੀਰ ਨਾ ਵੇਖ, ਇਹ ਤੇ ਸਦਾ ਸਰੀਰ ਦੇ ਹੁੰਦਿਆਂ ਸਰੀਰ ਤੋਂ ਬਿਨਾਂ ਹੀ ਰਹਿੰਦਾ। ਆਖੋ ਸਤਨਾਮ ਬਦੇ ਮੁਕਤ ਹੋ ਕੇ। ਆਹ ਸਰੀਰ ਵਿੱਚ ਤੇ ਕਦੇ ਕਦੇ ਆਉਂਦਾ, ਸਰੀਰ ਦੇ ਵਿੱਚ ਸਾਰਾ ਦਿਨ ਸਰੀਰ 'ਚ ਨਹੀਂ ਰਹਿੰਦਾ, ਕਿਉਂਕਿ ਇਹਦੇ ਲਈ ਇਹ ਸਰੀਰ ਮਿੱਟੀ ਹੈ, ਇਹਦੇ ਵਾਸਤੇ ਸਰੀਰ ਹੱਡੀਆਂ ਦੀ ਮੁੱਠ ਹੈ। ਕਦੇ ਨੇ ਸਰੀਰ ਨੂੰ ਪਿਆਰ ਹੀ ਨਹੀਂ ਕੀਤਾ, ਸਵਾਰਿਆ ਹੀ ਨਹੀਂ, ਕਿਉਂਕਿ ਇਹ ਜਾਣਦਾ ਇਸ ਮਿੱਟੀ ਨੇ ਇੱਕ ਦਿਨ ਭੂੰਜੀ ਲੇਟਣਾ ਹੈ। ਸਤਿਗੁਰੂ ਕਹਿੰਦੇ ਤੇ ਅਵਸਥਾ ਜੜ ਕੇ ਰੱਖਦਾ, ਜਿਵੇਂ ਯੋਗੀ ਸਾਧੂ ਦਸਮ ਦਵਾਰ 'ਚ ਸਵਾਦ ਚੜਾ ਲੈਂਦੇ ਆ, ਭਾਵੇਂ ਉਹਨੂੰ ਇੱਟਾਂ 'ਚ ਚਿਣਦੇ ਹੋ, ਧਰਤੀ ਥੱਲੇ ਦੱਬਦੇ ਹੋ, ਕੋਈ ਦਰਦ ਨਹੀਂ, ਕੋਈ ਫਰਕ ਨਹੀਂ, ਕਿਉਂਕਿ ਜੇ ਉਹ ਸਰੀਰ 'ਚ ਹੋਣਗੇ ਤੇ ਦਰਦ ਤਾਂ ਹੋਣਾ। ਜਿਵੇਂ ਮਰੇ ਤੋਂ ਬਾਅਦ ਬੰਦੇ ਨੂੰ ਭਾਵੇਂ ਉਹਨੂੰ ਫਰਿੱਜ ਜਲਾ ਦਿਓ, ਬੋਲਦਾ ਹੈ। ਹਾਂ, ਲੋਕਾਂ 'ਚ ਵਹਿਮ ਰਹਿੰਦਾ ਵੀ ਯਾਰ ਉਹ ਫਰਿੱਜ 'ਚ ਲੱਗਿਆ, ਜੇ ਉਹ 'ਚ ਜਾਨ ਆ ਗਈ ਉਹਦਾ ਕੀ ਬਣੂਗਾ। ਆ ਵਿਹਲੇ ਬੰਦੇ ਬੈਠੇ ਸੋਚੀ ਜਾਂਦੇ ਵੀ ਜਦੋਂ ਲੱਕੜਾਂ 'ਚ ਚਿਣਤਾ, ਜੇ ਕਿਤੇ ਅੱਗ ਲੱਗੀ 'ਚ ਅੰਦਰ ਜਾਨ ਆ ਗਈ ਕਿੱਧਰ ਭੱਜੂਗਾ। ਕਈ ਮਿਲਦੇ ਆ ਇਦਾਂ ਦੀਆਂ ਗੱਲਾਂ ਕਰਨ ਵਾਲੇ, ਕਹਿੰਦੇ ਭਾਈ ਸਾਹਿਬ ਫਿਰ ਕੀ ਹੋਊਗਾ, ਹੀਟਰ 'ਚ ਪਾਤਾ, ਅੱਗ ਲਾਤੀ, ਜੇ ਅੰਦਰ ਜਾਨ ਆ ਗਈ, ਮੈਂ ਫਿਰ ਕੀ ਹੋਣਾ। ਬੜੇ ਲੋਕ ਨੇ ਜਿਉਂਦੇ ਗੱਡੀਆਂ 'ਚ ਸੜ ਜਾਂਦੇ ਆ, ਬੁਰਾ ਹੋ ਜਾਊਗਾ। ਮਤਲਬ ਆਪਣੇ ਆਪ ਨੂੰ ਦੁਖੀ ਕਰਨਾ, ਸੋਚ ਸੋਚ ਕੇ। ਪਰ ਇਹ ਉਹ ਸੀ ਬਦੇ ਮੁਕਤ। ਬਦੇ ਮੁਕਤ ਕੌਣ ਹੈ? ਜਿਹਨੂੰ ਆਪਣੇ ਸਰੀਰ ਦਾ ਪਤਾ ਨਹੀਂ, ਭਾਵੇਂ ਚੀਰ ਦਿਓ, ਵੱਢ ਦਿਓ, ਕੱਟ ਦਿਓ, ਆਰੇ ਚਲਾ ਦਿਓ, ਜਦੋਂ ਸੁਰਤ ਨਾਲ ਜੁੜਿਆ ਤੇ ਬੇਪਰਵਾਹ ਹੈ। ਮਹਾਰਾਜ ਕਹਿੰਦੇ ਅਵਧੂਤ ਹੈ, ਅਵਧੂਤ ਲੋਕਾਂ ਦਾ ਇਹ ਵੱਡਾ ਗੁਰੂ ਹੈ। ਸ੍ਰੀ ਅੰਗਦ ਜੀ ਸੁਣੋ ਕਹਾਣੀ, ਮੈਂ ਬਿਲੋਕ ਉਨ ਬੋਲਿਓ ਬਾਣੀ। ਗੁਰੂ ਅੰਗਦ ਦੇ ਪਾਤਸ਼ਾਹ ਨੂੰ ਭਾਈ ਬਾਲਾ ਜੀ ਕਹਿੰਦੇ ਸੱਚੇ ਪਾਤਸ਼ਾਹ, ਜਦੋਂ ਗੁਰੂ ਨਾਨਕ ਸਾਹਿਬ ਜੀਆਂ ਤੋਂ ਮੈਂ ਬਚਨ ਸੁਣੇ, ਮੈਂ ਤੇ ਹੈਰਾਨ ਰਹਿ ਗਿਆ ਵੀ ਦੱਤਾਤਰੇय ਜੀ ਦੇ ਬਾਰੇ ਅੱਜ ਤੱਕ ਸੁਣਿਆ ਏ, ਸਿਰਫ ਸੁਣਿਆ ਹੈ। ਦੁਨੀਆ ਤੇ ਕੋਈ ਐਸਾ ਨਹੀਂ ਭਾਈ ਬਾਲੇ ਮਰਦਾਨੇ ਤੋਂ ਬਗੈਰ ਜੋ ਦੱਤਾਤਰੇय ਨੂੰ ਮਿਲਿਆ ਹੋਵੇ। ਗੁਰੂ ਬਾਬਾ ਜੀ ਤੇ ਆਪ ਰੱਬ ਨੇ। ਕਹਿੰਦੇ ਵੈਸ ਚਰਜ ਹੋ ਕੇ ਮਰਜ ਕੇ ਹੱਥ ਜੋੜ ਕੇ ਪੁੱਛਿਆ, ਸੱਚੇ ਪਾਤਸ਼ਾਹ ਕੀ ਇਹ ਉਹੀ ਦੱਤਾਤਰੇय ਨੇ ਜੋ ਸਤਯੁਗ ਵਿੱਚ ਸਨ? ਦੇਵਤੇ ਜਿਨ੍ਹਾਂ ਨੂੰ ਆਪਣਾ ਗੁਰੂ ਮੰਨਦੇ ਸਨ, ਜਿਨ੍ਹਾਂ ਨੂੰ ਬ੍ਰਹਮ ਗਿਆਨੀ ਕਿਹਾ ਜਾਂਦਾ ਸੀ, ਇਹ ਐਸੇ ਸਨ? ਕੱਲੇ ਦੇਵਤੇ ਨਹੀਂ, ਰਾਖਸ਼ ਵੀ ਇਹਨਾਂ ਨੂੰ ਮੱਥੇ ਟੇਕਦੇ ਸੀ। ਆਖੋ ਸਤਨਾਮ। ਕੋਈ ਐਸਾ ਬ੍ਰਹਮ ਗਿਆਨੀ ਸੁਣਿਆ ਅੱਜ ਤੱਕ? ਸਿੱਖਾਂ ਦੇ ਬ੍ਰਹਮ ਗਿਆਨੀ ਸਿੱਖਾਂ ਤੱਕ ਨੇ, ਮੁਸਲਮਾਨਾਂ ਦੇ ਬ੍ਰਹਮ ਗਿਆਨੀ ਕੇਵਲ ਮੁਸਲਮਾਨ ਮੰਨਦੇ ਆ, ਹਿੰਦੂਆਂ ਦੇ ਬ੍ਰਹਮ ਗਿਆਨੀਆਂ ਨੂੰ ਹਿੰਦੂ ਲੋਕ ਹੀ ਮੰਨਦੇ ਆ। ਪਰ ਧੰਨ ਗੁਰੂ ਨਾਨਕ ਵਰਗਾ ਬ੍ਰਹਮ ਗਿਆਨੀ ਕੋਈ ਹੈ ਜਿਨ੍ਹਾਂ ਨੂੰ ਸਾਰਾ ਜਹਾਨ ਹੀ ਸਿਰ ਝੁਕਾਉਂਦਾ। ਸਤਨਾਮ। ਬ੍ਰਹਮ ਗਿਆਨੀ ਤੇ ਉਹ ਆ ਜਿਹਨੂੰ ਸਾਰੇ ਮੰਨਦੇ ਆ, ਹਰ ਕੋਈ ਜਿਹਦੇ ਅੱਗੇ ਝੁਕਦਾ ਹੈ। ਦੱਤਾਤਰੇय ਨੂੰ ਰਾਖਸ਼ ਮੰਨਦੇ ਸੀ, ਦੇਵਤੇ ਮੰਨਦੇ ਸੀ, ਭੂਤ ਪ੍ਰੇਤ ਜਿੰਨ ਬੈਤਾਲ ਮੰਨਦੇ ਸੀ। ਦੀਨ ਦੁਨੀਆ ਦੇ ਮਾਲਕ ਸਤਿਗੁਰੂ ਜੀ ਹੁਣ ਦੱਸਣ ਲੱਗੇ ਨੇ। ਸੋ ਸਮਾਂ ਸਮਾਪਤ ਹੈ। ਅਗਲਾ ਪ੍ਰਸੰਗ ਅਗਲੇ ਸਾਲ ਸਹੀ। ਅਗਲੇ ਸਾਲ ਮਤਲਬ ਕੱਲ, ਚੜ੍ਹਿਆ ਸਾਲ। ਇਸ ਸਾਲ ਵਿੱਚ ਜਿੰਨੀਆਂ ਭੁੱਲਾਂ ਹੋਈਆਂ ਹੋਣੀਆਂ, ਮੇਰੇ ਗਲਤੀਆਂ, ਬੇਅਦਬੀਆਂ, ਨਰਾਦਰ, ਵੱਧ ਘੱਟ ਬੋਲਿਆ ਗਿਆ ਹੋਵੇ, ਗੁਰੂ ਸਾਹਿਬ ਤੇ ਗੁਰੂ ਕੀ ਸੰਗਤ ਬਖਸ਼ਣਯੋਗ ਹੈ। ਨਵੇਂ ਸਾਲ ਨਾਲ ਨਵੀਆਂ ਭੁੱਲਾਂ ਸਹੀ, ਕਿਉਂਕਿ ਮਨੁੱਖ ਭੁੱਲਣਹਾਰ ਹੈ, ਸਦਾ ਹੀ ਭੁੱਲਾਂ ਕਰਦਾ। ਪਾਤਸ਼ਾਹ ਕਿਰਪਾ ਕਰਦੇ ਰਹਿਣ। ਇਹ ਸਾਲ ਆਨੰਦ ਵਿੱਚ ਬਤੀਤ ਹੋਇਆ, ਸਤ ਸੰਗ ਵਿੱਚ ਬਤੀਤ ਹੋਇਆ, ਗੁਰੂ ਧਾਮਾਂ ਦੀ ਯਾਤਰਾ 'ਚ ਬਤੀਤ ਹੋਇਆ। ਚੜ੍ਹਿਆ ਸਾਲ ਸਤਿਗੁਰੂ ਕਿਰਪਾ ਕਰਨ, ਚੜ੍ਹਦੀ ਕਲਾ, ਸਤ ਸੰਗ, ਪ੍ਰੇਮ, ਸਮਰਿੱਧੀ ਸਭ ਦੇ ਜੀਵਨ ਵਿੱਚ ਲੈ ਕੇ ਆਵੇ। ਆਪ ਇਸੇ ਤਰ੍ਹਾਂ ਖੁਸ਼ ਹੋ ਕੇ ਸਤ ਸੰਗ ਵਿੱਚ ਜੁੜ ਕੇ ਆਨੰਦ ਮਾਣਦੇ ਰਹੋ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।